ਅਸੀਂ ਇਹਨੂੰ ਗੁਰੂ ਮੰਨਦੇ ਹਾਂ ਪਰ ਗੁਰੂ ਦੀ ਮੰਨਦੇ ਨਹੀਂ। ਜਦੋਂ ਤੁਸੀਂ ਕੋਈ ਵੀ ਕੰਮ ਨਾ ਸੋਚੇ ਸਮਝੇ ਬਾਰ-ਬਾਰ ਕਰਦੇ ਰਹੋਗੇ, ਉਹ ਤੁਹਾਡਾ ਅੰਧ ਵਿਸ਼ਵਾਸ ਬਣ ਜਾਊਗਾ। ਅੰਧ ਵਿਸ਼ਵਾਸ ਤੁਹਾਡਾ ਕਰਮ ਕਾਂਡ ਬਣ ਜਾਊਗਾ ਔਰ ਉਸ ਕਰਮ ਕਾਂਡ ਨੂੰ ਗੁਰੂ ਨਾਨਕ ਹਮੇਸ਼ਾ ਮਨਾ ਕਰਦੇ ਆ। ਗੁਰੂ ਨਾਨਕ ਹਰ ਉਸ ਕਰਮ ਕਾਂਡ ਨੂੰ ਮਨਾ ਕਰਨਗੇ ਜੋ ਬਿਨਾਂ ਸੋਚੇ ਸਮਝੇ ਕੀਤਾ ਜਾਂਦਾ। ਜਦੋਂ ਤੁਸੀਂ ਸੋਚ ਕੇ ਤਰਕ ਦੇ ਆਧਾਰ ਦੇ ਉੱਤੇ ਕੰਮ ਕਰੋਗੇ, ਉਹ ਤੁਹਾਡਾ ਐਕਟ ਬਣੂਗਾ। ਗੁਰੂ ਨਾਨਕ ਐਕਟ ਦੇ ਵੱਲ ਤਾਂ ਹੈ ਪਰ ਕਰਮ ਕਾਂਡ ਦੇ ਵੱਲ ਨਹੀਂ। ਹੁਣ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਦੀ ਹਾਂ ਕਿ ਕਾਸ਼ ਆ ਵੀ ਕਿਤੇ ਛੇਤੀ ਕੋਰੀਡੋਰ ਖੁੱਲ੍ਹ ਜੇ ਨਾ ਤੇ ਬਾਣੀ ਸਾਡੇ ਅੰਦਰ ਜਾ ਸਕੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਆਪ ਸਭ ਸੰਗਤ ਨੂੰ ਮੇਰੇ ਵੱਲੋਂ ਜਿਹੜਾ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਗਿਆ ਉਸ ਸਭ ਦੀ ਉਹਦੀ ਬਹੁਤ-ਬਹੁਤ ਵਧਾਈ। ਹੁਣ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਦੀ ਹਾਂ ਕਿ ਕਾਸ਼ ਆ ਵੀ ਕਿਤੇ ਛੇਤੀ ਕੋਰੀਡੋਰ ਖੁੱਲ੍ਹ ਜੇ ਨਾ ਤੇ ਬਾਣੀ ਸਾਡੇ ਅੰਦਰ ਜਾ ਸਕੇ। ਅਸੀਂ ਬਾਣੀ ਨੂੰ ਸਿਰਫ ਬਾਣੀ ਪੜ੍ਹਨ ਤੱਕ ਤੇ ਗਿਣਤੀਆਂ ਮਿਣਤੀਆਂ ਤੱਕ ਹੀ ਰੱਖ ਲਿਆ। ਗੁਰੂ ਨਾਨਕ ਤੇ ਉਹਨਾਂ ਦੀ ਸਿੱਖਿਆ ਨੂੰ ਮੈਂ ਜਦੋਂ ਵੀ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਮੈਂ ਮੂਲ ਮੰਤਰ 'ਤੇ ਹੀ ਆ ਕੇ ਅੜ ਜਾਂਦੀ ਹਾਂ। ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਕਿ ਮੈਂ ਸਾਰੀ ਗੁਰੂ ਨਾਨਕ ਦੀ ਜਿਹੜੀ ਬਾਣੀ ਆ ਉਹਨੂੰ ਇਕੱਲੀ ਸਿਰਫ ਗੁਰੂ ਨਾਨਕ ਦੀ ਬਾਣੀ ਨੂੰ, ਫਿਰ ਗੁਰੂ ਅੰਗਦ ਮਹਾਰਾਜ ਦੀ ਬਾਣੀ ਨੂੰ ਅਲੱਗ-ਅਲੱਗ ਪੜ੍ਹ ਕੇ ਦੇਖਾਂ, ਪਰ ਮੇਰੇ ਵੱਸ ਦੀ ਗੱਲ ਨਿਕਲੀ ਨਹੀਂ। ਮੈਂ ਸਿਰਫ ਮੂਲ ਮੰਤਰ 'ਤੇ ਆ ਕੇ ਰੁਕ ਜਾਂਦੀ ਹਾਂ। ਹੁਣ ਇੱਕ ਬੜਾ ਵਧੀਆ ਵਰਡ ਹੈ ਤਾਂ ਵੈਸੇ ਹਿੰਦੀ ਮੰਤਰਾਂ ਦੇ ਵਿੱਚ ਇਹ ਵਰਡ ਯੂਜ਼ ਕੀਤਾ ਜਾਂਦਾ, ਪਰ ਮੈਂ ਇਸ ਤਰ੍ਹਾਂ ਯੂਜ਼ ਕਰੂੰਗੀ। ਮੈਂ ਇਹਨੂੰ ਇੱਥੇ ਇਸ ਕਿਸੇ ਸੰਦਰਭ 'ਚ ਯੂਜ਼ ਕਰੂੰਗੀ। ਜਦੋਂ ਹਿੰਦੂ ਮੰਤਰ ਲੈਂਦੇ ਆ ਨਾ ਤਾਂ ਉਹ ਇੱਕ ਵਰਡ ਯੂਜ਼ ਕਰਦੇ ਆ, ਬੀਜ ਮੰਤਰ। ਮੈਂ ਇਹ ਸੋਚਦੀ ਸੀ ਕਿ ਜਿਹੜਾ ਸਾਡਾ ਮੂਲ ਮੰਤਰ ਹੈ ਨਾ, ਉਹ ਇੱਕ ਬੀਜ ਰੂਪ ਵਾਂਗੂ ਸਾਡੇ ਅੰਦਰ ਜਾਣਾ ਸੀ। ਹੁਣ ਬੀਜ ਰੂਪ ਦਾ ਮਤਲਬ ਕੀ ਆ, ਇਹ ਜ਼ਰਾ ਸਮਝਣ ਵਾਲੀ ਗੱਲ ਆ। ਔਰ ਜਦੋਂ ਮੈਂ ਇਹ ਗੱਲ ਕਰੂੰਗੀ ਇਸ ਤੋਂ ਬਾਅਦ ਇਹਨੂੰ ਆਪਣੇ ਨਾਲ ਰੱਖ ਲਿਓ, ਫਿਰ ਆਪਾਂ ਅੱਗੇ ਇਹਨੂੰ ਫਿਰ ਡਿਸਕਸ ਕਰਾਂਗੇ। ਜਦੋਂ ਮੂਲ ਮੰਤਰ ਤੁਹਾਡੇ ਅੰਦਰ ਇੱਕ ਬੀਜ ਰੂਪ ਵਿੱਚ ਜਾਊਗਾ ਨਾ, ਜਦੋਂ ਤੁਸੀਂ ਉਹਨੂੰ ਬੀਜ ਵਾਂਗ ਤੁਹਾਡੇ ਅੰਦਰ ਜਾਊਗਾ, ਫਿਰ ਉਹ ਤੁਹਾਡੀ ਆਤਮਾ ਦਾ ਵਿਸਥਾਰ ਕਰੂਗਾ। ਕਿਉਂਕਿ ਜਦੋਂ ਤੁਹਾਡੇ ਰੂਹ ਦੇ ਅੰਦਰ ਉਤਰੂਗੀ ਫਿਰ ਤੁਹਾਡੀ ਆਤਮਾ ਦਾ ਵਿਸਥਾਰ ਹੋਊਗਾ। ਉਸ ਆਤਮਾ ਦੇ ਵਿਸਥਾਰ ਦੇ ਵਿੱਚੋਂ ਹੀ ਆਤਮਾ ਅਤੇ ਪਰਮਾਤਮਾ ਦੀ ਜਿਹੜੀ ਨਿਰੰਤਰਤਾ ਹੈ ਜੋ ਸਾਨੂੰ ਗੁਰੂ ਨਾਨਕ ਨੇ ਦੱਸੀ, ਉਹ ਨਿਕਲ ਕੇ ਆਉਣੀ ਸੀ। ਖੈਰ, ਅਸੀਂ ਜੋ ਬਹੁਤੀਆਂ ਬਾਣੀਆਂ ਨਾਲ ਕੀਤਾ, ਅਸੀਂ ਉਹੀ ਚੀਜ਼ ਜਿਹੜੀ ਆ ਉਹ ਮੂਲ ਮੰਤਰ ਨਾਲ ਵੀ ਕਰ ਲਈ। ਮੈਂ ਜਦੋਂ ਕਾਲਜ ਪੜ੍ਹਦੀ ਹੁੰਦੀ ਸੀ ਤਾਂ ਮੈਨੂੰ ਅਜੇ ਵੀ ਯਾਦ ਆ, ਸਾਡੇ ਗਰੁੱਪ ਬਣੇ ਹੁੰਦੇ ਸੀਗੇ ਅਤੇ ਇਹ ਗੱਲ ਦੇਖੀ ਜਾਂਦੀ ਹੁੰਦੀ ਸੀ ਕਿ ਤੂੰ ਕਿੰਨੇ ਜਪਜੀ ਸਾਹਿਬ ਦੇ ਪਾਠ ਕਰਕੇ ਆਏਂਗੀ। ਅਸੀਂ ਜਪਜੀ ਸਾਹਿਬ ਦੇ ਪਾਠ ਕਰਦੇ ਹੁੰਦੇ ਸੀ, ਕਿਸੇ ਨੇ 50 ਲੈ ਲੈਣੇ, ਕਿਸੇ ਨੇ 25 ਲੈ ਲੈਣੇ, ਅਤੇ ਉਹ ਇਕੱਠੇ ਕਰਕੇ ਫਿਰ ਉਹ 100 150 ਜਿੰਨੇ ਵੀ ਪਾਠ ਫਿਰ ਉਹਨਾਂ ਦਾ ਹੀ ਭੋਗ ਪਾਉਣਾ। ਅੱਜ ਵੀ ਅਸੀਂ ਇਹੀ ਕਰੀ ਜਾ ਰਹੇ ਹਾਂ। ਅਸੀਂ ਜਾਂਦੇ ਹਾਂ ਗੁਰਦੁਆਰਿਆਂ ਦੇ ਵਿੱਚ, ਜਾਂਦੇ ਹਾਂ, ਜਾ ਕੇ ਬਾਬਾ ਜੀ ਨੂੰ ਕਹਿ ਦਿੰਦੇ ਕਿ ਅਸੀਂ ਜੀ ਅਖੰਡ ਪਾਠ ਰਖਾਉਣਾ ਆ, ਅਤੇ ਬਾਅਦ ਵਿੱਚ ਆਪ ਅਸੀਂ ਬੈਠਦੇ ਨਹੀਂ। ਆਪ ਸਾਡੀਆਂ ਆਪਣੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਆ, ਅਸੀਂ ਆਪਣੇ ਆਪ ਦੇ ਵਿੱਚ ਹੀ ਬਿਜ਼ੀ ਰਹਿੰਦੇ ਹਾਂ। ਕਿਸੇ ਵਿਆਹਾਂ ਸ਼ਾਦੀਆਂ ਦੇ ਵਿੱਚ ਇੱਕ ਪਾਸੇ ਗੁਰੂ ਮਹਾਰਾਜ ਦਾ ਜਦੋਂ ਅਖੰਡ ਪਾਠ ਸਾਹਿਬ ਹੋ ਰਹੇ ਹੁੰਦੇ ਆ ਤਾਂ ਦੂਜੇ ਕਮਰਿਆਂ ਦੇ ਵਿੱਚ ਬੀਬੀਆਂ ਤਿਆਰ ਹੋ ਰਹੀਆਂ ਹੁੰਦੀਆਂ, ਉਹਨਾਂ ਦਾ ਕੋਈ ਧਿਆਨ ਨਹੀਂ ਹੁੰਦਾ। ਅਸੀਂ ਸਿਰਫ ਗਿਣਤੀਆਂ ਮਿਣਤੀਆਂ 'ਚ ਰਹਿ ਗਏ। ਹੁਣ ਪ੍ਰੋਬਲਮ ਕਿੱਥੇ ਆ ਕਿ ਗੁਰੂ ਨਾਨਕ ਨੂੰ ਤੁਸੀਂ ਨਾ ਗੁਰਬਾਣੀ ਨੂੰ ਤੁਸੀਂ ਗਿਣਤੀ ਮਿਣਤੀ ਵਿੱਚ ਰੱਖ ਨਹੀਂ ਸਕਦੇ। ਅਸੀਂ ਇੰਨੇ ਸਿਆਣੇ ਹੈ ਨਹੀਂ ਕਿ ਅਸੀਂ ਗੁਰੂ ਨਾਨਕ ਨੂੰ ਛੱਡ ਲਈਏ, ਅਸੀਂ ਉਹਨੂੰ ਕਹਿ ਦਈਏ ਕਿ ਵੇਖ ਬਾਬਾ ਨਾਨਕ, ਅਸੀਂ ਇੰਨੇ ਜਪਜੀ ਸਾਹਿਬ ਕਰ ਲਏ। ਇੰਨੇ ਸਿਆਣੇ ਆਪਾਂ ਹੈ ਨਹੀਂ, ਨਾ ਅਸੀਂ ਇੰਨੇ ਚਲਾਕ ਹਾਂ, ਬਣਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਖੈਰ, ਮੈਂ ਸਵੇਰੇ ਆਉਂਦੇ ਹੋਏ ਜਦੋਂ ਅੱਜ ਸੋਚ ਰਹੀ ਸੀ ਕਿ ਅਸੀਂ 550 ਸਾਲਾਂ ਮਨਾ ਰਹੇ ਹਾਂ। ਅੱਜ ਤੋਂ 450 ਸਾਲ ਬਾਅਦ ਸਾਡੇ 'ਚੋਂ ਕਿਸੇ ਨੇ ਨਹੀਂ ਹੋਣਾ, 50 ਸਾਲ ਬਾਅਦ ਹੀ ਸ਼ਾਇਦ, ਪਰ 450 ਸਾਲ ਬਾਅਦ ਪੱਕਾ ਸਾਡੇ 'ਚੋਂ ਕਿਸੇ ਨੇ ਨਹੀਂ ਹੋਣਾ। ਮੇਰੇ ਨਾਲ ਸਿਰਫ 30 ਸੈਕਿੰਡ ਲਈ ਆਪਣੀਆਂ ਅੱਖਾਂ ਬੰਦ ਕਰਕੇ ਸੋਚਿਓ ਕਿ 450 ਸਾਲ ਬਾਅਦ ਜਦੋਂ ਗੁਰੂ ਨਾਨਕ ਦੀ ਜਨਮ ਦੀ ਵਰ੍ਹੇਗੰਢ ਦੇ 1000 ਸਾਲ ਪੂਰੇ ਹੋ ਜਾਣਗੇ, ਉਦੋਂ ਉਹ ਜਿਹੜਾ ਮੰਜ਼ਰ ਹੋਊਗਾ ਉਹ ਕਿਹੋ ਜਿਹਾ ਹੋਊਗਾ, ਉਦੋਂ ਅਸੀਂ ਕਿੱਦਾਂ ਮਨਾ ਰਹੇ ਹੋਵਾਂਗੇ। ਸਿਰਫ 30 ਸੈਕਿੰਡ ਲਈ ਆਪਣੀਆਂ ਅੱਖਾਂ ਬੰਦ ਕਰਕੇ ਜਾਂ ਆਪਣੇ ਦਿਮਾਗ 'ਚ ਵੈਸੇ ਹੀ ਸੋਚੋ ਕਿ ਉਦੋਂ ਦਰਬਾਰ ਸਾਹਿਬ ਦਾ ਮੰਜ਼ਰ ਕੀ ਹੋਊਗਾ, ਉਦੋਂ ਕਰਤਾਰਪੁਰ ਸਾਹਿਬ ਦਾ ਮੰਜ਼ਰ ਕੀ ਹੋਊਗਾ, ਜੋ ਕੋਰੀਡੋਰ ਅੱਜ ਖੁੱਲ੍ਹਿਆ ਉਹ ਕਿਹੋ ਜਿਹਾ ਹੋਊਗਾ। ਤੇ ਸਿਰਫ ਇਸ ਗੱਲ ਦਾ ਤਸੱਵੁਰ ਕਰਕੇ ਦੇਖਿਓ। ਫਿਰ ਨਾਲ ਹੀ ਇੱਕ ਗੱਲ ਇਹ ਵੀ ਪੁੱਛਿਓ, ਆਪਣੇ ਆਪ ਨੂੰ ਸਵਾਲ ਪੁੱਛਿਓ ਕਿ ਕਿਤੇ ਗੁਰੂ ਨਾਨਕ ਸਾਡੇ ਕੋਲੋਂ ਆਪਣਾ ਨਾਮ ਲੈਣ ਦਾ ਹੱਕ ਵੀ ਖੋਹ ਤਾਂ ਨਹੀਂ ਲੈਣਗੇ? ਕਿ ਉਹ ਸਾਨੂੰ ਇਹ ਹੱਕ ਦੇਣਗੇ ਕਿ ਅਸੀਂ ਉਹਨਾਂ ਦਾ ਨਾਮ ਵੀ ਲੈ ਸਕੀਏ
ਵਰ੍ਹੇਗੰਢ ਮਨਾਉਣੀ ਤਾਂ ਬਹੁਤ ਦੂਰ ਦੀ, ਕਿਉਂਕਿ ਜੋ 550 ਸਾਲਾਂ ਦੇ ਉੱਤੇ ਅਸੀਂ ਕੀਤਾ ਆ, ਤੇ ਗੁਰੂ ਨਾਨਕ ਤਾਂ ਪਤਾ ਨਹੀਂ ਉਹ ਕਿਉਂਕਿ ਉਹ ਬੜੇ ਰੈਵੋਲੂਸ਼ਨਰੀ ਆ, ਉਹਨਾਂ ਨੇ ਕਿਸੇ ਵੀ ਗੱਲ ਨੂੰ ਲੁਕਾ ਕੇ ਤਾਂ ਰੱਖਿਆ ਹੀ ਨਹੀਂ। ਉਹ ਬੜਾ ਖੁੱਲ੍ਹੇਆਮ, ਬੜਾ ਉਹਨਾਂ ਦਾ ਬੜਾ ਮੈਸੇਜ ਕਲੀਅਰ ਆ। ਜੇ ਉਹ ਤੁਹਾਨੂੰ ਆਪਣੇ ਬੱਚੇ ਕਹਿੰਦੇ ਆ, ਤੇ ਨਾਲ ਹੀ 10ਵੇਂ ਜਾਮੇ ਵਿੱਚ ਆ ਕੇ ਉਹ ਹੋਰ ਵੀ ਬੜਾ ਕੁਝ ਕਹਿ ਦਿੰਦੇ ਆ। ਉਹ ਕਹਿ ਦਿੰਦੇ ਆ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਇਸ ਸਾਰਾ, ਜਬ ਇਹ ਕਰੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਤੇ ਆਪਾਂ ਹੁਣ ਇਹ ਸੋਚੀਏ ਕਿ ਅਸੀਂ ਵਿਪਰਨ ਦੀ ਰੀਤ ਕਰਦੇ ਕਰਦੇ ਕਿੱਥੇ ਤੱਕ ਆ ਗਏ ਹਾਂ। ਮੈਨੂੰ ਅੱਜ ਜੋ ਟੌਪਿਕ ਭਾਜੀ ਹੁਣਾਂ ਨੇ ਦਿੱਤਾ ਸੀ, ਉਹੀ ਦਿੱਤਾ ਸੀਗਾ ਕਿ ਜੋ ਗੁਰੂ ਨਾਨਕ ਦੀ ਸਿੱਖਿਆ ਅਤੇ ਅਜੋਕਾ ਸਮਾਜ, ਅੱਜ ਦਾ ਜੋ ਸਾਡਾ ਸਮਾਜ ਆ, ਇਹਦੇ ਵਿੱਚ ਆਪਾਂ ਇਹੀ ਦੇਖ ਲਈਏ ਕਿ ਵਿਪਰਨ ਕੀ ਰੀਤ ਦੇ ਵਿੱਚ ਪੈ ਕੇ ਅਸੀਂ ਗੁਰੂ ਨਾਨਕ ਨੂੰ ਕਿੱਥੇ ਛੱਡ ਆਏ, ਅਸੀਂ ਗੁਰਬਾਣੀ ਨੂੰ ਕਿੰਨਾ ਕੁ ਵਿਸਾਰ ਚੱਲੇ। ਹੁਣ ਇੱਕ ਗੱਲ ਇੱਥੇ ਮੈਨੂੰ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰੂੰਗੀ। ਉਹ ਜਿਹੜੇ ਸਿੱਖ ਸੀ ਨਾ, ਜਿਨ੍ਹਾਂ ਨੇ ਬਦਾਵੇ ਦਿੱਤੇ ਸੀ, ਲਿਖ ਕੇ ਦਿੱਤੇ ਸੀ, ਉਹ ਭੋਲੇ ਜਿਹੇ ਸਿੱਖ ਸੀ। ਭੋਲੇ ਸੀ, ਯੋਧੇ ਸੀ, ਪਰ ਉਹ ਭੋਲੇ ਸੀ, ਭਲੇਮਾਨ ਸਿੱਖ ਸੀ। ਅਸੀਂ ਬੜੇ ਚਲਾਕ ਸਿੱਖ ਹਾਂ, ਅਸੀਂ ਚਲਾਕੀ ਨਾਲ ਸਾਰਾ ਕੁਝ ਚੱਲਦੇ ਹਾਂ, ਅਸੀਂ ਹਰ ਤਰੀਕੇ ਨਾਲ ਛਲਣਾ ਜਾਣਦੇ ਹਾਂ, ਅਸੀਂ ਚਲਾਕ ਹਾਂ। ਅਸੀਂ ਬਦਾਵਾ ਲਿਖ ਕੇ ਨਹੀਂ ਦਿੰਦੇ ਗੁਰੂ ਨੂੰ, ਨਾ, ਅਸੀਂ ਕਦੀ ਨਹੀਂ ਲਿਖਿਆ ਆਪਣੇ ਕਾਗਜ਼ ਦੇ ਉੱਤੇ ਕਿ ਮੈਂ ਤੇਰਾ ਸਿੱਖ ਨਹੀਂ ਸੀ, ਕਦੀ ਨਹੀਂ ਲਿਖਿਆ। ਪਰ ਅਸੀਂ ਜਦੋਂ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਆਉਂਦੇ ਹਾਂ, ਅਸੀਂ ਮੱਥਾ ਟੇਕਦੇ ਹਾਂ, ਲੰਗਰ ਵੀ ਛਕਦੇ ਹਾਂ, ਲੰਗਰ 'ਚ ਸੇਵਾ ਵੀ ਕਰਦੇ ਹਾਂ, ਅਸੀਂ ਇੱਕ ਭਰਮ ਬਣਾਈ ਰੱਖਦੇ ਹਾਂ ਕਿ ਅਸੀਂ ਤੇਰੇ ਹੀ ਹਾਂ। ਪਰ ਅੰਦਰ ਝਾਤੀ ਮਾਰ ਕੇ ਵੇਖੀ ਕਿ ਅਸੀਂ ਉਹਦੇ ਕਿੰਨੇ ਕੁ। ਇਹ ਐਕਸਰਸਾਈਜ਼ ਮੈਂ ਆਪਣੇ ਆਪ ਨਾਲ ਕਰਦੀ ਹੁੰਦੀ ਹਾਂ, ਬਾਰ-ਬਾਰ ਇਹ ਮੈਂ ਆਪਣੇ ਆਪ ਨਾਲ ਕਰਦੀ ਹੁੰਦੀ। ਮੈਂ ਇੱਕ ਡਾਇਰੀ ਲਾਈ ਆ, ਉਹਦੇ 'ਚ ਮੈਂ ਆਪਣੇ ਬਦਾਵੇ ਲਿਖੇ ਹੋਏ ਆ ਕਿ ਮੈਂ ਕਿੰਨੀ ਵਾਰ ਮੈਂ ਆਪਣੇ ਗੁਰੂ ਨੂੰ ਬਦਾਵਾ ਦਿੱਤਾ। ਫਿਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਬਦਾਵਿਆਂ ਨੂੰ ਹੌਲੀ ਹੌਲੀ ਕਰਕੇ ਉਹਨਾਂ ਦੀ ਜਿਹੜੀ ਲਿਸਟ ਆ ਨਾ, ਉਹ ਘੱਟ ਕਰਦੀ ਜਾਵਾਂ। ਤੁਸੀਂ ਸਾਰੇ ਮੇਰੇ ਨਾਲ ਜਿਹੜੇ ਬੈਠੇ ਹੋ ਜਾਂ ਅਕਾਲ ਚੈਨਲ ਦੇ ਮਾਧਿਅਮ ਨਾਲ ਜਿੱਥੇ ਜਿੱਥੇ ਵੀ ਸੁਣੋਗੇ, ਸਾਰੇ ਐਕਸਰਸਾਈਜ਼ ਮੇਰੇ ਨਾਲ ਕਰਿਓ ਆਪਣੇ ਮਨ ਦੇ ਅੰਦਰ। ਆਪਾਂ ਹੁਣੇ ਹੀ ਕਰਾਂਗੇ। ਵੈਸੇ ਤਾਂ ਲਿਸਟ ਬਹੁਤ ਲੰਬੀ ਆ, ਜੇ ਮੈਂ ਆਪਣੇ ਸਾਰੇ ਬਦਾਵੇ ਲੈ ਕੇ ਆਉਂਦੀ ਤਾਂ ਸ਼ਾਇਦ 30-35 ਮਿੰਟ ਮੇਰੇ ਉੱਥੇ ਹੀ ਚੱਲ ਜਾਂਦੇ। ਪਰ ਇੱਕ ਛੋਟੀ ਜਿਹੀ ਐਕਸਰਸਾਈਜ਼ ਕਰਿਓ ਮੇਰੇ ਨਾਲ। ਮੈਂ ਇੱਕ ਪੁਆਇੰਟ ਬੋਲੂੰਗੀ, ਅਤੇ ਜੇ ਉਹ ਤੁਸੀਂ ਵੀ ਕਦੀ ਕੀਤਾ ਹੈ ਤਾਂ ਉਹ ਆਪਣਾ ਬਦਾਵਾ ਨੰਬਰ 1 ਲੈ ਲਿਓ। ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਗੁਰੂ ਨਾਨਕ ਦੀ ਜਾਂ ਕਿਸੇ ਵੀ ਗੁਰੂ ਦੀ ਕੋਈ ਫੋਟੋ ਹੈ, ਹੁਣ ਫੋਟੋ ਹੋਣਾ, ਜੇ ਤਾਂ ਤੁਸੀਂ ਉਹਨੂੰ ਰੱਖਿਆ ਆ ਸਿਰਫ ਹਿਸਟੋਰੀਕਲ ਵਿਜ਼ੂਅਲ ਦੇ ਰੂਪ ਦੇ ਵਿੱਚ, ਜੇ ਤਾਂ ਉਹਨੂੰ ਹਿਸਟਰੀ ਦੇ ਵਿਜ਼ੂਅਲ ਦੇ ਰੂਪ 'ਚ ਰੱਖਿਆ ਆ, ਫਿਰ ਤਾਂ ਇੱਕ ਗੱਲ, ਫਿਰ ਤਾਂ ਉਹਦੀ ਡਿਬੇਟ ਵੱਖਰੀ ਆ। ਅਤੇ ਪਰ ਜੇ ਤੁਸੀਂ ਘਰੋਂ ਨਿਕਲਣ ਲੱਗਿਆ ਇੱਕ ਵਾਰੀ ਮੱਥਾ ਟੇਕ ਕੇ ਜਾਂਦੇ ਆ ਕਿ ਚੰਗਾ ਬਾਬਾ, ਅਤੇ ਆਪਣੇ ਛੋਟੇ ਬੱਚਿਆਂ ਨੂੰ ਵੀ ਤੁਸੀਂ ਦਿਖਾਉਂਦੇ ਕਿ ਉਹ ਗੁਰੂ ਨਾਨਕ ਹੈ, ਅਤੇ ਫਿਰ ਤੁਸੀਂ ਆਪਣਾ ਬਦਾਵਾ ਨੰਬਰ ਪਹਿਲਾ ਯਾਦ ਰੱਖ ਲਓ। ਅੱਗੇ ਚੱਲੀਏ। ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੋਈ ਵੀ ਨਗ ਪਾਇਆ ਹੋਇਆ, ਕਿਸੇ ਵੀ, ਹੁਣ ਨਗ ਤੋਂ ਜੇ ਤੁਸੀਂ ਕੋਈ ਸੋਨੇ ਦੀ ਜਾਂ ਦੂਜੀ ਮੁੰਦਰੀ ਪਾਈ ਆ, ਉਹਦੀ ਗੱਲ ਮੈਂ ਨਹੀਂ ਕਰ ਰਹੀ। ਮੈਂ ਗੱਲ ਕਰ ਰਹੀ ਹਾਂ ਉਹ ਜਿਹੜੇ ਲਾਲ ਪੀਲੇ ਕਾਲੇ ਨਗ ਹੁੰਦੇ ਆ, ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ, ਜੋ ਤੁਸੀਂ ਡਰ ਕੇ ਪਾਉਂਦੇ ਆ ਕਿ ਜੇ ਤੂੰ ਇਹ ਨਗ ਨਾ ਪਾਇਆ ਤੇਰੇ ਨਾਲ ਆਹ ਹੋ ਜਾਣਾ। ਜੇ ਤੂੰ ਆਪਣੇ ਬਿਜ਼ਨਸ ਦੇ ਵਿੱਚ ਵਿਰਧੀ ਚਾਹੁੰਦਾ ਤਾਂ ਫਿਰ ਇਹਦੇ ਵਿੱਚ ਆਹ ਵਾਲਾ ਨਗ ਪਾ ਲਾ। ਜੇ ਆਪਾਂ ਉਸ ਤਰੀਕੇ ਨਾਲ ਚੱਲ ਰਹੇ ਫਿਰ ਉਹਨੂੰ ਬਦਾਵਾ ਨੰਬਰ 2 ਮੰਨ ਲਓ। ਉਸ ਤੋਂ ਬਾਅਦ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜਾਤਾਂ ਦੇ ਬਿਹਾਫ ਦੇ ਉੱਤੇ, ਜਾਤਾਂ ਦੇ ਬੇਸ ਦੇ ਉੱਤੇ ਜਿਹੜਾ ਵਿਤਕਰਾ ਕਰਨਾ ਉਹ ਸਹੀ ਆ, ਚਾਹੇ ਉਹ ਜਾਤਾਂ ਦੇ ਨਾਮ ਦੇ ਉੱਤੇ ਗੁਰਦੁਆਰੇ ਬਣਾਉਣਾ, ਚਾਹੇ ਉਹ ਘਰਾਂ ਦੇ ਵਿੱਚ ਜਾਤਾਂ ਦੀ ਗੱਲ ਕਰਨਾ। ਮੈਂ ਜਦੋਂ ਇੱਥੇ ਨਵੀਂ ਆਈ UK ਦੇ ਵਿੱਚ, ਤਾਂ ਮੇਰਾ ਬੜਾ ਮਨ ਸੀਗਾ ਕਿ ਮੈਂ ਗੁਰੂ ਮਹਾਰਾਜ ਨੂੰ ਇੱਕ ਵਾਰੀ ਜਾ ਕੇ ਦਰਸ਼ਨ ਕਰਕੇ ਆਵਾਂ। ਮੈਂ ਆਪਣੇ ਆਂਟੀ ਨੂੰ ਇੱਕ ਨੂੰ ਕਿਹਾ, ਮੈਂ ਕਿਹਾ ਆਪਾਂ ਜਾ ਕੇ ਮੱਥਾ ਟੇਕ ਕੇ ਆਈਏ। ਉਹ ਕਹਿੰਦੇ ਚੱਲ ਪੈਂਦੇ ਆ। ਰਸਤੇ ਦੇ ਵਿੱਚ ਬੜਾ ਸੋਹਣਾ ਬਰਮਿੰਘਮ ਦੇ ਵਿੱਚ ਰਵਿਦਾਸ ਗੁਰਦੁਆਰਾ ਹੈ, ਅਤੇ ਮੈਂ ਉਹਨਾਂ ਨੂੰ ਕਿਹਾ ਆਹ ਗੁਰਦੁਆਰਾ ਸਾਹਿਬ ਆ ਗਏ। ਕਹਿੰਦੇ ਨਹੀਂ ਇੱਥੇ ਨਹੀਂ, ਉਹ 100 ਰੋਡ ਵਾਲਾ ਗੁਰਦੁਆਰਾ ਸਾਹਿਬ ਹੈਗਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤਾਂ ਕਹਿੰਦੇ ਤੂੰ ਇੱਥੇ ਮੱਥਾ ਟੇਕ ਲਏਂਗੀ। ਮੈਨੂੰ ਹਾਸਾ ਵੀ ਆਇਆ, ਮੈਨੂੰ ਗੁੱਸਾ ਵੀ ਆਇਆ। ਫਿਰ ਮੈਂ ਇਹ ਵੀ ਸੋਚਿਆ ਕਿ ਜਿੱਥੇ ਮੇਰੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੈ, ਮੇਰਾ ਗੁਰਦੁਆਰਾ ਉਹ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨਹੀਂ, ਉਹ ਚਾਹੇ ਸੋਨੇ ਦੀ ਬਣੀ ਹੋਈ ਕੋਈ ਜਗ੍ਹਾ ਹੋਵੇ, ਮੇਰਾ ਕੁਛ ਨਹੀਂ ਲੱਗਦੀ, ਉਹ ਮੇਰਾ ਗੁਰਦੁਆਰਾ ਨਹੀਂ ਹੋ ਸਕਦਾ ਜਿੱਥੇ ਮੇਰੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨਹੀਂ। ਸੋ ਮੇਰਾ ਗੁਰੂ, ਜਿੱਥੇ ਮੇਰਾ ਗੁਰੂ ਆ, ਮੇਰਾ ਗੁਰਦੁਆਰਾ ਉਹ ਆ। ਜੇ ਆਪਾਂ ਕਿਸੇ ਵੀ ਤਰੀਕੇ ਨਾਲ ਕਿਸੇ ਤਰ੍ਹਾਂ ਵੀ ਜਾਤਾਂ ਪਾਤਾਂ 'ਚ ਵਿਸ਼ਵਾਸ ਰੱਖਦੇ ਹਾਂ ਤਾਂ ਆਪਾਂ ਤੀਜਾ ਬਦਾਵਾ ਸਮਝ ਲਈਏ ਕਿ ਅਸੀਂ ਦਿੱਤਾ ਹੋਇਆ। ਉਸ ਤੋਂ ਬਾਅਦ ਚੱਲੀਏ, ਜਿਹੜੇ ਵੀ ਆਪਣੇ ਨਾਮ ਨਾਲ ਜਿਹੜਾ ਸਿੰਘ ਅਤੇ ਕੌਰ ਲਾਉਣਾ ਬੜਾ ਆਰਥੋਡਾਕਸ ਮੰਨਦੇ ਆ, ਜਾਂ ਉਹਨੂੰ ਸਮਝਦੇ ਆ ਕਿ ਉਹ ਮਾਡਰਨ ਨਹੀਂ ਹੈਗੇ, ਕਿਉਂਕਿ ਅਕਸਰ ਹੀ
मैं करदी रही हाँ, मैं अपने तो ही शुरू करूँगी। ये मैं बहुत चिर कीता है। मेरी पहली जिहड़ी किताब आई सी ਤਾਂ ਉਹ किरण बाठ ਦੇ नाम ਨਾਲ ही आई सी। ਮੈਨੂੰ पता ही नहीं ਸੀਗਾ कि ਪ੍ਰੀਤ ਕੌਰ भी ਲਾਉਣਾ ਜ਼ਰੂਰੀ ਹੈ, ਕੌਰ ਜ਼ਰੂਰੀ ਹੈ। ਇਹ ਤੁਹਾਡੇ ਅੰਦਰੋਂ ਹੀ ਆਵਾਜ਼ ਆਉਂਦੀ ਹੈ ਕਿ ਨਹੀਂ ਭਲਿਆ ਮਾਨਸਾ ਕਿੱਧਰ ਤੁਰਿਆ ਜਾਣਾ। ਹੁਣ ਤੁਸੀਂ ਇਹ ਸੋਚੋ ਕਿ ਜਿਨ੍ਹਾਂ ਨੂੰ ਉਹ ਗਗਨ ਸੰਧੂ ਜਾਂ ਅਮਰੀਕ ਔਲਖ ਜਿਹੜੇ ਸਿਰਫ ਉਹ ਜਿਹੜਾ ਸਿੰਘ ਤੇ ਕੌਰ ਜਿਹੜੇ ਉਡਾਉਣਾ ਪਸੰਦ ਕਰਦੇ ਆ, ਉਹ ਵੀ ਆਪਣਾ ਬਦਾਵਾ ਸਮਝ ਲੈਣ। ਜਿਹੜੇ ਟੇਵੇ ਬਣਾਈ ਬੈਠੇ ਆ ਜਾਂ ਜਿਹੜੇ ਸਵੇਰੇ ਸਭ ਤੋਂ ਪਹਿਲਾਂ ਉੱਠਦਿਆਂ ਹੀ ਰਾਸ਼ੀ ਫਲ ਲਾ ਕੇ ਬੈਠ ਜਾਂਦੇ ਆ, ਕਿਉਂਕਿ ਇੱਥੇ ਤਾਂ ਮੈਨੂੰ ਪਤਾ ਨਹੀਂ ਪਰ ਸਾਡੇ ਉੱਥੇ ਪੰਜਾਬ 'ਚ ਇਹ ਕੰਮ ਬਹੁਤ ਚੱਲਦਾ। ਸਵੇਰੇ 9 ਵਜੇ ਰਾਸ਼ੀ ਫਲ ਆਉਂਦਾ ਆ ਅਤੇ ਸਾਰੇ ਸਭ ਤੋਂ ਪਹਿਲਾਂ ਬੀਬੀਆਂ ਉਹੀ ਲਾ ਕੇ ਬੈਠੀਆਂ ਹੁੰਦੀਆਂ ਕਿ ਸਭ ਤੋਂ ਪਹਿਲਾਂ ਉਹ ਪਹਿਲਾਂ ਪੁੱਛ ਦੇਖਦੇ ਆ ਕਿ ਹਾਂਜੀ ਫਿਰ ਉਹਦੇ ਅੱਛਾ ਅੱਜ ਦਾ ਦਿਨ ਤੁਹਾਡਾ ਐਵੇਂ ਦਾ ਰਹਿਣਾ ਆ, ਫਿਰ ਇਸ ਦਿਨ ਦੇ ਵਿੱਚ ਜੇ ਤੁਸੀਂ ਚੰਗਾ ਕੁਛ ਕਰਨਾ ਚਾਹੁੰਦੇ ਆ ਫਿਰ ਤੁਸੀਂ ਗਊ ਨੂੰ ਉਹ ਪੇੜਾ ਦਿਓ ਅਤੇ ਜੋ ਵੀ ਉਹ ਚੱਲਦਾ ਸਾਰਾ ਕੁਛ ਹੈ ਨਾ ਉਹ ਵੀ ਨਾਲ ਚੱਲਦਾ ਹੈ। ਉਸ ਤੋਂ ਅੱਗੇ ਆ ਜਾਈਏ, ਜੇ ਤੁਸੀਂ ਮੰਗਲਵਾਰ, ਵੀਰਵਾਰ, ਸ਼ਨੀਵਾਰ ਜਾਂ ਕਿਸੇ ਵੀ ਵਾਰ ਨੂੰ ਕਿਸੇ ਵੀ ਖਾਸ ਕਾਰਨ ਕਰਕੇ ਪਸੰਦ ਨਹੀਂ ਕਰਦੇ ਜਾਂ ਪਸੰਦ ਕਰਦੇ ਹੋ, ਜਾਂ ਤੁਹਾਨੂੰ ਇਹ ਲੱਗਦਾ ਹੈ ਕਿ ਛਿੱਕ ਮਾਰਤੀ ਅਤੇ ਤਾਂ ਨਹੀਂ ਆਪਾਂ ਮੁੜਨਾ, ਇਹ ਸਾਰੀਆਂ ਗੱਲਾਂ ਮੇਰੀਆਂ ਧਿਆਨ 'ਚ ਰੱਖਿਓ। ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕਿ ਇਹ ਮੈਂ ਕਿਉਂ ਕਹਿ ਰਹੀ ਹਾਂ। ਜਾਂ ਤੁਸੀਂ ਇਹ ਕਹਿੰਦੇ ਹੋ ਕਿ ਮੈਨੂੰ ਪਿੱਛੋਂ ਆਵਾਜ਼ ਮਾਰਤੀ ਮੈਂ ਅੱਗੇ ਨਹੀਂ ਜਾ ਸਕਦਾ, ਫਿਰ ਤੁਸੀਂ ਆਪਣਾ ਬਦਾਵਾ ਤਿਆਰ ਰੱਖੋ। ਆਪਾਂ ਦਿੱਤੇ ਹੋਏ ਆ, ਸਿਰਫ ਆਪਾਂ ਅੱਜ ਮੰਨਣਾ ਹੀ ਆ ਕਿ ਅਸੀਂ ਦਿੱਤੇ ਆ। ਫਿਰ ਅੱਗੇ ਆ ਜਾਈਏ, ਜਿਹੜੀਆਂ ਬੀਬੀਆਂ ਬੜੇ ਚਾਅ ਨਾਲ ਜਾਂ ਕਰਵਾ ਚੌਥ ਦਾ ਵਰਤ ਰੱਖਦੀਆਂ, ਸੱਜਣਾ ਸਵਰਨਾ ਠੀਕ ਆ ਤੁਹਾਡੀ ਮਰਜ਼ੀ ਹੋ ਸਕਦੀ ਆ, ਪਰ ਜਿਹੜੀਆਂ ਰੱਖਦੀਆਂ ਇਹ ਸੋਚ ਕੇ ਕਿ ਮੇਰੇ ਪਤੀ ਦੀ ਜਿਹੜੀ ਉਮਰ ਆ ਉਹ ਲੰਬੀ ਹੋ ਜੂਗੀ। ਅੱਗੇ ਚੱਲੀਏ ਤੇ ਫਿਰ ਜਿਹੜੇ ਵੀ ਹੁਣ ਇਨਵਰਟਿਡ ਕੌਮਾਸ ਦੇ ਵਿੱਚ ਜਿਹੜੇ ਵੀ ਕਿਸੇ ਵਿਹਲੜ ਸਾਧ ਨੂੰ ਆਪਣਾ ਸੰਤ ਮੰਨੀ ਬੈਠੇ ਆ, ਇਨਵਰਟਿਡ ਕੌਮਾਸ ਵਿਹਲੜ, ਕਿਉਂਕਿ ਗੁਰੂ ਨਾਨਕ ਨੇ ਵਿਹਲੜਾਂ ਨੂੰ ਕੋਈ ਉਹਨਾਂ ਨੇ ਦਿੱਤੀ ਨਹੀਂ। ਮੇਰੇ ਤੋਂ ਪਹਿਲਾਂ ਭਾਈ ਨਿਰਮਲਜੀਤ ਸਿੰਘ ਹੁਣੀ ਵੀ ਬੋਲ ਗਏ ਨੇ, ਖਹਿਰਾ ਸਾਹਿਬ ਵੀ ਬੋਲ ਕੇ ਗਏ ਨੇ ਕਿ ਗੁਰੂ ਨਾਨਕ ਨੇ ਸਾਨੂੰ ਕਿਰਤ ਕਰਨੀ ਦੱਸੀ ਸੀ। ਉਹਨਾਂ ਨੇ ਤਾਂ ਸਿੱਧਾ ਨੂੰ ਕਿਹਾ ਸੀ ਥੱਲੇ ਉਤਰ ਆਓ, ਅਤੇ ਅਸੀਂ ਆਪਣੇ ਵਾਲਿਆਂ ਜਿਹੜੇ ਸਾਡੇ ਜਿਨ੍ਹਾਂ ਨੇ ਕਿਰਤ ਕਰਨੀ ਸੀ ਅਸੀਂ ਉਹਨਾਂ ਨੂੰ ਸੁਮੇਰ ਪਰਬਤ 'ਤੇ ਚੜ੍ਹਾਈ ਬੈਠੇ ਹਾਂ, ਇੱਥੇ ਬੈਠੇ ਹੀ। ਹਾਂ, ਹੁਣ ਜਿਹੜਾ ਲਾਸਟ ਮੈਂ ਇਹ ਗੱਲ ਕਰੂੰਗੀ ਕਿ ਜਿਹੜੇ ਵੀ ਜਦੋਂ ਵਿਆਹ ਵਾਸਤੇ ਕੁੜੀ ਜਾਂ ਮੁੰਡਾ ਭਾਲਦੇ ਆ ਤਾਂ ਉਹ ਪਹਿਲਾਂ ਉਹਦੀ ਫਿਜ਼ੀਕਲ ਜਿਹੜੀ ਅਪੈਰੈਂਸ ਆ ਨਾ ਉਹਨੂੰ ਸਭ ਤੋਂ ਇੰਪੋਰਟੈਂਸ ਦਿੰਦੇ ਆ। ਉਹਦੇ ਨਾਲ ਹੁੰਦਾ ਕੀ ਆ ਕਿ ਤੁਸੀਂ ਦੋ ਕੰਮ ਕਰਦੇ ਆ, ਇੱਕ ਤੇ ਅਗਲੇ ਬੰਦੇ ਦੇ ਵਿੱਚ ਇੱਕ ਜਿਹੜਾ ਲੋ ਸੈਲਫ ਕੌਨਫੀਡੈਂਸ ਆ ਨਾ ਉਹ ਭਰ ਦਿੰਦੇ ਆ, ਕਿਉਂਕਿ ਜਦੋਂ 2-3 ਵਾਰੀ ਬੀਬੀਆਂ ਆ ਕੇ ਅਤੇ ਵੇਖ ਕੇ ਜਾਂਦੀਆਂ ਨਾ ਅਤੇ ਫਿਰ ਆ ਕੇ ਕਹਿੰਦੀਆਂ ਨਹੀਂ ਜੀ ਸਾਨੂੰ ਕੁੜੀ ਪਸੰਦ ਨਹੀਂ ਆਈ। ਉਦੋਂ ਸਾਨੂੰ ਇੱਕ ਸਵਾਲ ਇਹ ਕਰਨਾ, ਆਪਣੇ ਆਪ ਨੂੰ ਇਹ ਕਰਨਾ ਚਾਹੀਦਾ ਕਿ ਕਿਹੜੀ ਬਾਹਰ ਦੀ ਦਿੱਖ, ਔਰ ਉਹਦੇ ਨਾਲ ਹੁੰਦਾ ਕੀ ਆ ਕਿ ਜਿਹੜੇ ਬੱਚਿਆਂ ਨੂੰ ਤੁਸੀਂ ਖੁਦ ਮਜਬੂਰ ਕਰਦੇ ਆ ਕਿ ਆਪਣੇ ਪਹਿਲਾਂ ਤਾਂ ਵਾਲ ਕਟਾਓ। ਮੈਨੂੰ ਬੜੀ ਵਾਰੀ ਕਿਹਾ ਜਦੋਂ ਮੇਰੇ ਲਈ ਮੁੰਡਾ ਲੱਭਦੇ ਹੁੰਦੇ ਸੀਗੇ, ਅਤੇ ਮੈਨੂੰ ਕਈ ਵਾਰੀ ਕਈਆਂ ਨੇ ਕਿਹਾ ਤੇਰਾ ਨਾ ਮੱਥਾ ਬਹੁਤ ਵੱਡਾ ਆ ਅਤੇ ਇੱਥੋਂ ਵਾਲ ਮਾੜੇ ਜਿਹੇ ਕਟਾ ਕੇ ਆਪਣਾ ਮੱਥਾ ਢੱਕ ਲਾ ਅਤੇ ਤੈਨੂੰ ਮੁੰਡਾ ਛੇਤੀ ਲੱਭ ਜੂ, ਸੋਹਣਾ ਲੱਭ ਜੂਗਾ। ਹੁਣ ਇਹ ਆਪਾਂ ਕਰਦੇ ਹਾਂ, ਸਾਡੇ ਘਰਾਂ 'ਚੋਂ ਹੈ। ਬੜੀਆਂ ਬੀਬੀਆਂ ਜਿਹੜੀਆਂ ਉਹ ਵੀ ਕਹਿੰਦੀਆਂ ਕਿ ਸਾਨੂੰ ਤਾਂ ਮੁੰਡਾ ਜਿਹੜਾ ਉਹ ਕਲੀਨ ਸ਼ੇਵਨ ਚਾਹੀਦਾ, ਇਹ ਸਾਡੇ ਘਰਾਂ ਦੀਆਂ ਗੱਲਾਂ ਆ। ਜਦੋਂ ਵੀ ਆਪਾਂ ਇਹ ਗੱਲ ਕਹਿੰਦੇ ਹਾਂ ਸਮਝ ਲਈਏ ਕਿ ਅਸੀਂ ਗੁਰੂ ਨੂੰ ਬਦਾਵਾ ਦੇ ਚੁੱਕੇ ਹਾਂ। ਹੁਣ ਇਹ ਜਿਹੜਾ ਹੈ ਨਾ ਇਹ ਸਾਰੇ ਬਦਾਵਿਆਂ ਦਾ ਆਪਣਾ ਇੱਕ ਸਕੋਰ ਚਾਰਟ ਬਣਾ ਲਿਓ ਸਾਰੇ ਜਾਣੇ ਆਪਣੇ ਦਿਲ ਦੇ ਵਿੱਚ। ਮੈਂ ਆਪਣੇ ਦਿਲ 'ਚ ਬਣਾਇਆ ਹੋਇਆ, ਮੇਰੇ ਕੋਲ ਤਾਂ ਲਿਖੇ ਪਏ ਆ, ਤੁਸੀਂ ਆਪਣੇ ਦਿਲ 'ਚ ਬਣਾ ਲਿਓ ਔਰ ਸਕੋਰ ਚਾਰਟ ਬਣਾ ਲਓ। ਅਸੀਂ ਬੜੇ ਕਨਫਿਊਜ਼ਡ ਜੇ ਲੋਕ ਹਾਂ। ਹੁਣ ਜੇ ਆਪਾਂ 550ਵੇਂ ਗੁਰਪੁਰਬ ਦੇ ਉੱਤੇ ਗੁਰੂ ਮਹਾਰਾਜ ਨੂੰ ਕੋਈ ਸ਼ਰਧਾਂਜਲੀ ਦੇਣੀ ਆ, ਜੇ ਆਪਾਂ ਉਹਨਾਂ ਨੂੰ ਦੱਸਣਾ ਆ ਕਿ ਅਸੀਂ ਤੁਹਾਡੇ ਆ, ਅਤੇ ਅਸੀਂ ਸਿਰਫ ਇੱਕ ਕੰਮ ਕਰੀਏ ਕਿ ਇਹ ਜਿਹੜਾ ਬੇਦਾਵਿਆਂ ਦੀ ਲਿਸਟ ਆ ਨਾ ਇਹਨੂੰ ਡਿਲੀਟ ਕਰਨਾ ਸ਼ੁਰੂ ਕਰੀਏ ਹੌਲੀ ਹੌਲੀ। ਅਸੀਂ ਪਰਫੈਕਟ ਨਹੀਂ ਹੋ ਸਕਦੇ, ਬੇਸ਼ੱਕ ਗੁਰੂ ਨੇ ਸਾਨੂੰ ਪਰਫੈਕਟ ਹੀ ਬਣਾਇਆ ਸੀ, ਉਹਦੇ ਬਾਰੇ ਵੀ ਮੈਂ ਗੱਲ ਕਰੂੰਗੀ, ਪਰ ਅਸੀਂ ਇੱਕਦਮ ਪਰਫੈਕਟ ਨਹੀਂ ਹੋ ਸਕਦੇ। ਜਿੰਨਾ ਵੀ ਹੋ ਸਕੇ ਅਸੀਂ ਇਹ ਬੇਦਾਵਿਆਂ ਦੀ ਲਿਸਟ ਘੱਟ ਕਰਨੀ ਸ਼ੁਰੂ ਕਰੀਏ। ਹੁਣ ਸਾਨੂੰ ਲਿਸਟ ਘੱਟ ਕਰਨ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਲਿਸਟ ਬਣੀ ਕਿੱਦਾਂ। ਸਾਨੂੰ ਇਹ ਸਮਝਣਾ ਪਊਗਾ ਕਿ ਇਹ ਲਿਸਟ ਇੰਨੀ ਲੰਬੀ ਕਿਵੇਂ ਹੋ ਗਈ। ਐਸੀ ਗੱਲ ਨਹੀਂ ਆ ਕਿ ਸਿੱਖ ਆਪਣੇ ਗੁਰੂ ਨੂੰ ਪਿਆਰ ਨਹੀਂ ਕਰਦੇ, ਨਹੀਂ, ਐਸੀ ਗੱਲ ਨਹੀਂ ਆ। ਅਸੀਂ ਅੱਜ ਵੀ ਉਹੀ ਹਾਂ ਜੋ ਆਪਣੇ ਗੁਰੂ ਤੋਂ ਆਪਾਂ ਵਾਰਨ ਨੂੰ ਤਿਆਰ ਬੈਠੇ ਹਾਂ। ਅੱਜ ਵੀ ਅਸੀਂ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਲੈ ਕੇ ਬੈਠੇ ਹਾਂ ਕਿ ਮਹਾਰਾਜ ਤੇਰਾ ਆ, ਜਦੋਂ ਮਰਜ਼ੀ ਲੈ ਲਾ। ਫਿਰ ਕਿੱਥੇ ਗਲਤੀ ਹੋ ਗਈ ਕਿ ਸਾਡੀ ਜਿਹੜੀ ਇਹ ਲਿਸਟ ਆ ਉਹ ਇੰਨੀ ਲੰਬੀ ਹੁੰਦੀ ਗਈ। ਸਾਨੂੰ ਸਮਝਣਾ ਪਊਗਾ ਕਿ ਜਿਸ ਗੁਰੂ ਨਾਨਕ ਨੇ ਸਾਨੂੰ ਬੇਜਾਨ ਚੀਜ਼ਾਂ ਦੀ ਪੂਜਾ ਤੋਂ ਵਰਜਿਆ, ਉਸੇ ਦੀਆਂ ਮੂਰਤੀਆਂ ਬਣ ਕੇ ਸਾਡੇ ਦਰਬਾਰ ਸਾਹਿਬ ਦੀ ਵਿਸਿਨਿਟੀ 'ਚ ਕਿੱਦਾਂ ਆ ਗਈਆਂ। ਸਾਨੂੰ ਇਹ ਦੇਖਣਾ ਪਊਗਾ, ਸਮਝਣਾ ਪਊਗਾ। ਉਸ ਤੋਂ ਅੱਗੇ ਇਹ ਦੇਖਣਾ ਪਊਗਾ ਕਿ ਇਹ ਕਿੱਦਾਂ ਹੋ ਗਿਆ। ਜਿਹੜੀ ਕੌਮ ਕਿਸੇ ਦੇ ਸਹਿਯੋਗ ਦੇ ਬਿਨਾਂ
ਕਿਸੇ ਦਾ ਸਹਿਯੋਗ ਨਹੀਂ ਲੈਂਦੀ, ਪਰ ਕਿਸੇ ਦੇ ਸਹਿਯੋਗ ਤੋਂ ਬਿਨਾਂ ਵੀ ਉਹ ਆਪਣਾ ਰਾਜ ਭਾਗ ਖੜਾ ਕਰਨ ਦੀ ਹਿੰਮਤ ਰੱਖਦੀ ਆ। ਉਹ ਅੱਜ ਪੱਥਰਾਂ ਦੇ ਉੱਤੇ ਜਿਹੜੇ ਨਾਗ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ, ਉਹਨਾਂ ਦੇ ਉੱਤੇ ਅੱਜ ਉਹਨਾਂ ਦੇ ਉੱਤੇ ਨਿਰਭਰ ਕਰਨ ਲੱਗ ਗਈ। ਇਹ ਕਿੱਦਾਂ ਹੋ ਗਿਆ? ਸਾਨੂੰ ਇਹ ਦੇਖਣਾ ਪਊਗਾ ਕਿ ਜਿਨ੍ਹਾਂ ਨੇ ਨਵਾਬੀਆਂ ਨੂੰ ਠੋਕਰਾਂ ਮਾਰੀਆਂ, ਜਿਹੜੇ ਸਿੱਖਾਂ ਨੇ, ਜਿਹੜੀ ਕੌਮ ਨੇ ਨਵਾਬੀਆਂ ਨੂੰ, ਤਖਤਾਂ ਨੂੰ ਠੋਕਰਾਂ ਮਾਰੀਆਂ, ਅੱਜ ਜੋ ਕੁਰਸੀਆਂ ਪਿੱਛੇ ਲੜਦੇ ਆ, ਜੋ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਪਿੱਛੇ ਲੜਦੇ ਫਿਰਦੇ ਆ, ਇਹ ਕਿੱਦਾਂ ਹੋ ਗਿਆ? ਸਾਨੂੰ ਇਹ ਸਮਝਣਾ ਪਊਗਾ ਕਿ ਜਿਸ ਕੌਮ ਨੂੰ ਗੁਰੂ ਮਹਾਰਾਜ ਨੇ ਇਹ ਸਿਖਾਇਆ ਸੀ, ਹੋਏ ਇਕੱਤਰ ਮਿਲ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ, ਇਹ ਕਿੱਦਾਂ ਹੋ ਗਿਆ ਕਿ ਉਹ ਅੱਜ ਉਸੇ ਗੁਰੂ ਨਾਨਕ ਪਾਤਸ਼ਾਹ ਦਾ ਅੱਜ ਉਹ 550ਵਾਂ ਦਿਹਾੜਾ ਮਨਾ ਰਿਹਾ ਹੈ, ਤਾਂ ਉਹ ਇੱਕ ਕਾਮਨ ਪੰਡਾਲ ਨਹੀਂ ਲਾ ਸਕਦੇ? ਉਹਨਾਂ ਨੂੰ ਪੰਡਾਲ ਵੀ ਆਪਣੇ ਵੱਖਰੇ ਵੱਖਰੇ ਲਾਉਣੇ ਪੈ ਰਹੇ ਆ। ਇਹ ਕਿੱਦਾਂ ਹੋ ਗਿਆ? ਸਾਨੂੰ ਇਹ ਸਮਝਣਾ ਪਊਗਾ। ਅਸੀਂ ਗੁਰੂ ਨਾਨਕ ਦੀ ਸਿੱਖਿਆ ਨੂੰ ਕਿੱਥੇ ਛੱਡ ਆਏ, ਸਾਨੂੰ ਇਹ ਦੇਖਣ ਦੀ ਲੋੜ ਆ। ਗੁਰੂ ਨਾਨਕ ਦੀ ਸਿੱਖਿਆ ਜਦੋਂ ਆਪਾਂ ਇਹ ਸਮਝਾਂਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਗੁਰੂ ਨਾਨਕ ਦੀ ਸਿੱਖਿਆ ਨੂੰ ਅਤੇ ਸਿੱਖ ਇਤਿਹਾਸ ਨੂੰ ਇਕਸਾਰਤਾ ਵਿੱਚ ਪੜ੍ਹਿਆ ਜਾਣਾ ਸੀ। ਅਸੀਂ ਉਹਨੂੰ ਇਕਸਾਰਤਾ 'ਚ ਪੜ੍ਹਨਾ ਸੀ। ਗੁਰੂ ਨਾਨਕ ਦੀ ਸਿੱਖਿਆ ਦਾ ਘੇਰਾ ਹੁਣ ਇੰਨਾ ਵਿਸ਼ਾਲ ਆ ਕਿ ਜੇ ਮੈਂ ਸਾਰੀ ਸਿੱਖਿਆ ਦੀ ਗੱਲ ਕਰਾਂ, ਨਾ ਤਾਂ ਮੇਰੀ ਉਨੀ ਯੋਗਤਾ, ਨਾ ਉਨੀ ਬੁੱਧ ਆ ਅਤੇ ਨਾ ਉਨਾ ਸਮੇਂ। ਮੈਂ ਸਿਰਫ ਤੁਹਾਡੇ ਨਾਲ ਉਹੀ ਗੱਲ ਸਾਂਝੀ ਕਰੂੰਗੀ ਜਿਹਨੂੰ ਮੈਂ ਦੇਖਿਆ, ਜੋ ਮੈਂ ਆਪਣੇ ਆਪ ਦੇ ਵਿੱਚ, ਜੋ ਮੈਂ ਖੁਦ ਨੂੰ ਐਨਾਲਾਈਜ਼ ਕਰਕੇ, ਜੋ ਮੈਂ ਗੁਰਬਾਣੀ ਦੇ ਵਿੱਚੋਂ ਜੋ ਸਿੱਖਿਆ, ਮੈਂ ਸਿਰਫ ਉਹਦੀ ਬਾਰੇ ਗੱਲ ਕਰੂੰਗੀ। ਜਦੋਂ ਮੈਂ ਆਪਣੇ ਬਦਾਵਿਆਂ ਦੀ ਲਿਸਟ ਦੇਖਣੀ ਸ਼ੁਰੂ ਕਰਦੀ ਹਾਂ ਨਾ ਕਿ ਇਹ ਸਭ ਕੁਝ ਕਿਵੇਂ ਹੋਇਆ, ਜਦੋਂ ਮੈਂ ਆਪਣੇ ਆਪ ਨੂੰ ਇੰਟਰਸਪੈਕਟ ਕਰਦੀ ਹਾਂ, ਤਾਂ ਮੈਨੂੰ ਇਹ ਸਮਝ ਆਉਂਦੀ ਆ ਕਿ ਮੈਂ ਗੁਰੂ ਨਾਨਕ ਨੂੰ ਕਦੇ ਸਮਝਿਆ ਹੀ ਨਹੀਂ। ਫਿਰ ਜਦੋਂ ਗੁਰੂ ਨਾਨਕ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਫਿਰ ਪਹਿਲੀ ਵਾਲੀ ਗੱਲ 'ਤੇ ਆਉਂਗੀ, ਮੈਂ ਮੂਲ ਮੰਤਰ 'ਤੇ ਆ ਕੇ ਰੁਕ ਜਾਂਦੀ ਹਾਂ। ਹੁਣ ਮੂਲ ਮੰਤਰ ਦੇ ਵਿੱਚੋਂ ਜੋ ਗੁਰੂ ਨਾਨਕ ਨੇ ਸਾਨੂੰ ਪੈਗਾਮ ਦਿੱਤਾ, ਉਹ ਬਹੁਤ ਵੱਡਾ ਪੈਗਾਮ ਹੈ, ਪਰ ਉਹਦੇ ਵਿੱਚੋਂ ਜਿਹੜੀ ਸਭ ਤੋਂ ਜ਼ਿਆਦਾ ਅਟਰੈਕਟ ਕਰਦੀ ਹੈ ਮੈਨੂੰ ਚੀਜ਼, ਉਹ ਹੈ ਨਿਰਭਉ ਅਤੇ ਨਿਰਵੈਰ ਦੀ ਗੱਲ। ਬੇਸ਼ੱਕ ਨਿਰਭਉ ਅਤੇ ਨਿਰਵੈਰ ਗੁਰੂ ਨਾਨਕ ਉਸ ਸੱਚੇ ਪਾਤਸ਼ਾਹ, ਉਸ ਅਕਾਲ ਪੁਰਖ ਨੂੰ ਕਹਿੰਦੇ ਨੇ, ਪਰ ਇਹ ਸਾਡੇ 'ਤੇ ਵੀ ਲਾਗੂ ਹੁੰਦੀ ਆ। ਜੇ ਆਪਾਂ ਧਿਆਨ ਨਾਲ ਦੇਖੀਏ ਨਾ ਤਾਂ ਸਾਰੀ ਦੀ ਸਾਰੀ ਜਿਹੜੀ ਸਿੱਖ ਹਿਸਟਰੀ ਆ, ਉਹ ਸਾਰੀ ਇਸ ਨਿਰਭਉ ਅਤੇ ਨਿਰਵੈਰ ਦੇ ਵਿੱਚੋਂ ਨਿਕਲ ਕੇ ਆਉਂਦੀ ਆ, ਇਸੇ ਫਲਸਫੇ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ। ਜਦੋਂ ਗੁਰੂ ਨਾਨਕ ਬਾਬਰ ਨੂੰ ਜਾਬਰ ਕਹਿ ਦਿੰਦੇ ਨੇ, ਅਤੇ ਨਾਲ ਹੀ ਉਹ ਬਾਅਦ ਵਿੱਚ ਇਹ ਵੀ ਕਹਿ ਦਿੰਦੇ ਨੇ ਰਾਜੇ ਸ਼ੀਂਹ ਮੁਕੱਦਮ ਕੁੱਤੇ। ਸਿਰਫ ਇਸ ਗੱਲ ਨੂੰ ਸਮਝ ਕੇ ਦੇਖਿਓ, ਸੋਚ ਕੇ ਦੇਖਿਓ, ਸਮੇਂ ਦੇ ਹਾਕਮ ਨੂੰ ਉਹਦੇ ਮੂੰਹ 'ਤੇ ਖੜ ਕੇ ਕਹਿ ਦੇਣਾ ਕਿ ਤੂੰ ਜਾਬਰ ਆ, ਇਹ ਆਪਣੇ ਆਪ ਦੇ ਵਿੱਚ ਨਿਰਭਉਤਾ ਦਾ ਅਸੀਮ ਜਿਹੜੀ ਸੀਮਾ ਆ ਉਹ ਹੈ। ਇਸ ਤੋਂ ਅੱਗੇ ਕੁਝ ਹੋ ਨਹੀਂ ਸਕਦਾ। ਹੁਣ ਗੁਰੂ ਨਾਨਕ ਦੀ ਇਹਦੇ ਨਾਲ ਹੀ ਜਦੋਂ ਆਪਾਂ ਅੱਜ ਜਿਹੜੇ ਆਪਾਂ ਗੱਲ ਕਰਦੇ ਹਾਂ ਕਿ ਸਾਡੇ 'ਚ ਅੱਜ ਵੀ, ਜਿਵੇਂ ਭਾਈ ਨਿਰਮਲਜੀਤ ਸਿੰਘ ਹੋਣਾ ਨੇ ਕਿਹਾ ਸੀਗਾ ਕਿ ਕੋਈ ਹਰਿਆ ਬੂਟ ਰਹੀ ਹੋ ਰਹੀ, ਅੱਜ ਵੀ ਸਾਡੇ 'ਚ ਕੁਝ ਹਰੇ ਬੂਟੇ ਹੈਗੇ ਆ। ਇਹੀ ਕਾਰਨ ਆ ਕਿ ਜਿਨ੍ਹਾਂ ਚੀਜ਼ਾਂ ਦੇ ਉੱਤੇ ਆਵਾਜ਼ ਦੇਣ ਦੇ, ਹੌਕਾ ਦੇਣ ਲਈ ਸਾਰੀ ਦੁਨੀਆ ਚੁੱਪ ਕਰ ਜਾਂਦੀ ਆ, ਕਸ਼ਮੀਰੀਆਂ ਦੇ ਹੱਕ ਦੇ ਵਿੱਚ ਆਵਾਜ਼ ਸਿਰਫ ਸਿੱਖ ਕੌਮ ਬੁਲੰਦ ਕਰਦੀ ਆ, ਕਿਉਂਕਿ ਉਹ ਨਿਰਭਉ ਕਿਤੇ ਅੱਜ ਵੀ ਹੈਗੇ ਆ, ਅੱਜ ਵੀ ਉਹ ਹੈ, ਉਹ ਗੁਰੂ ਨਾਨਕ ਦੀ ਕਮਾਈ ਆ। ਅਤੇ ਜਿਹੜੇ ਉਹ ਨਿਰਭਉਤਾ ਨੂੰ ਛੱਡ ਗਏ, ਵਿਸਾਰ ਗਏ, ਜਿਹੜੇ ਹੋਰ ਪਾਸੇ ਤੁਰ ਗਏ, ਉਹ ਫਿਰ ਸਰਕਾਰਾਂ ਨੂੰ ਵਧਾਈਆਂ ਵੀ ਆਪਾਂ ਦਿੰਦੇ ਦੇਖਦੇ ਹਾਂ। ਅੱਗੇ ਗੱਲ ਕਰਦੇ ਹਾਂ ਕਿ ਜਦੋਂ ਸਿੱਧਾਂ ਦੇ ਨਾਲ ਗੱਲ ਕਰਦੇ ਆ, ਹੁਣ ਜੇ ਉਹ ਸਿੱਧਾਂ ਦੇ ਨਾਲ ਸਹਿਮਤ ਨਹੀਂ ਤਾਂ ਉਹ ਇਹ ਨਹੀਂ ਕਰਦੇ ਕਿ ਮੈਂ ਸਿੱਧਾਂ ਨਾਲ ਸਹਿਮਤ ਨਹੀਂ, ਇਸ ਕਰਕੇ ਮੈਂ ਬਾਹਰ ਜਾ ਕੇ ਉਹਨਾਂ ਦੇ ਪਿੱਠ ਪਿੱਛੇ ਕਿਸੇ ਹੋਰ ਨੂੰ ਬੋਲੀ ਜਾਵਾਂ ਕਿ ਮੈਨੂੰ ਤਾਂ ਸਿੱਧਾਂ ਦੀ ਗੱਲ ਚੰਗੀ ਨਹੀਂ ਲੱਗਦੀ। ਨਹੀਂ, ਉਹ ਇੰਝ ਨਹੀਂ ਕਰਦੇ। ਉਹ ਬਕਾਇਦਾ ਸੁਮੇਰ ਪਰਬਤ ਜਾਂਦੇ ਆ, ਬਕਾਇਦਾ ਸਿੱਧਾਂ ਦੇ ਵਿੱਚ ਬੈਠਦੇ ਆ, ਔਰ ਉੱਥੇ ਉਹਨਾਂ ਦੇ ਨਾਲ ਸਿੱਧ ਗੋਸ਼ਟੀ ਕਰਦੇ ਆ। ਉੱਥੇ ਉਹਨਾਂ ਨੂੰ ਸਮਝਾਉਂਦੇ ਆ ਕਿ ਮੈਨੂੰ ਤੁਹਾਡੀ ਗੱਲ ਜੇ ਮਨਜ਼ੂਰ ਨਹੀਂ ਤਾਂ ਕਿਉਂ ਮਨਜ਼ੂਰ ਨਹੀਂ। ਹੁਣ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ, ਨਾ ਤਾਂ ਗੁਰੂ ਨਾਨਕ ਕਿਸੇ ਭੈ ਦੇ ਵਿੱਚ ਨੇ ਕਿ ਜੇ ਮੈਂ ਸਿੱਧਾਂ ਦੇ ਵਿੱਚ ਗਿਆ ਪਤਾ ਨਹੀਂ ਮੈਨੂੰ ਕੀ ਕਹਿ ਦੇਣਗੇ, ਕਿਉਂਕਿ ਉਹ ਪਹਿਲਾਂ ਖਹਿਰਾ ਸਾਹਿਬ ਦੱਸ ਗਏ ਬੜੇ ਵਿਸਥਾਰ ਨਾਲ ਕਿ ਉਹ ਸ਼ਬਦ ਰੂਪ ਸੀ, ਇਸ ਕਰਕੇ ਉਹ ਨਿਰਭੈ ਸੀ। ਪਰ ਉਹਦੇ ਨਾਲ ਇੱਕ ਗੱਲ ਜੇ ਆਪਾਂ ਇੱਕ ਨੋਰਮਲ ਹਿਊਮਨ ਬੀਇੰਗ ਦੇ ਲੈਵਲ ਦੇ ਉੱਤੇ ਵੀ ਦੇਖੀਏ ਨਾ, ਤਾਂ ਇੱਕ ਗੱਲ ਬੜੀ ਇੰਪੋਰਟੈਂਟ ਹੈ। ਜਿੱਥੇ ਨਿਰਭੈ ਔਰ ਨਿਰਵੈਰ ਹੋ ਜਾਊਗਾ, ਉੱਥੇ ਦੋ ਗੱਲਾਂ ਹੋ ਜਾਣਗੀਆਂ। ਇੱਕ ਤਾਂ ਤੁਹਾਡੇ 'ਚ ਹੰਕਾਰ ਨਹੀਂ ਆ ਸਕਦਾ, ਜੇ ਤੁਸੀਂ ਜਿੱਤਣ ਦਾ ਕੋਈ ਹੰਕਾਰ ਨਹੀਂ ਹੋਊਗਾ ਔਰ ਹਾਰਨ ਦਾ ਕੋਈ ਡਰ ਨਹੀਂ ਹੋਊਗਾ। ਇੱਥੇ ਇਹ ਗੱਲ ਬੜੀ ਇੰਪੋਰਟੈਂਟ ਆ। ਸਾਨੂੰ ਉਹ ਜਿਹੜਾ ਗੋਸ਼ਟੀ ਦਾ ਰਾਹ ਗੁਰੂ ਨਾਨਕ ਨੇ ਦਿੱਤਾ ਸੀ ਨਾ, ਅਸੀਂ ਉਹ ਕਿਤੇ ਭੁੱਲ ਗਏ। ਅਸੀਂ ਬਹਿਸ ਕਰਦੇ ਹਾਂ। ਅੱਜ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਬਹਿਸ ਕਰਦੇ ਹਾਂ ਜਿੱਤਣ ਲਈ ਕਰਦੇ ਹਾਂ ਕਿ ਮੈਂ ਬੋਲ ਰਿਹਾ, ਇਹ ਗੱਲ ਮੇਰੀ ਹੀ ਹੋਣੀ ਚਾਹੀਦੀ ਹੈ, ਜੋ ਮੈਂ ਬੋਲਿਆ ਉਹੀ ਸੱਚ ਹੋਣਾ ਚਾਹੀਦਾ ਹੈ। ਸਾਡੀ ਬਹਿਸ, ਸਾਡੀ ਗੋਸ਼ਟੀ ਨਹੀਂ, ਸਾਡੀ ਬਹਿਸ ਹੈ। ਔਰ ਬਹਿਸ ਜਦੋਂ ਅਸੀਂ ਜਿੱਤਣ ਲਈ ਕਰਦੇ ਹਾਂ ਤਾਂ ਉਹਦੇ ਨਾਲ ਹੀ ਹੰਕਾਰ ਵੀ ਆ ਜਾਂਦਾ।
ਹੰਕਾਰ ਦੇ ਵਿੱਚੋਂ ਹੀ ਨਫ਼ਰਤ ਪੈਦਾ ਹੁੰਦੀ ਹੈ। ਜਦੋਂ ਤੁਹਾਡੀ ਗੱਲ, ਜੇ ਮੈਂ ਆਪਣੇ ਹੰਕਾਰ ਦੇ ਵਿੱਚ ਆ ਅਤੇ ਜੇ ਤੁਹਾਡੀ ਗੱਲ ਥੋੜ੍ਹੀ ਜਿਹੀ ਮੇਰੇ ਤੋਂ ਉੱਪਰ ਹੋਈ ਤਾਂ ਮੈਨੂੰ ਤੁਹਾਡੇ 'ਤੇ ਗੁੱਸਾ ਆਉਣਾ ਹੀ ਆਉਣਾ ਕਿ ਇਹਨੂੰ ਕਿੱਦਾਂ ਪਤਾ ਲੱਗ ਗਿਆ, ਇਹ ਤਾਂ ਮੇਰੀ ਗੱਲ ਸੀ, ਤਾਂ ਮੈਨੂੰ ਪਤਾ ਹੋਣੀ ਚਾਹੀਦੀ ਸੀ। ਉਸ ਗੁੱਸੇ ਦੇ ਵਿੱਚੋਂ ਹੀ ਜਿਹੜਾ ਕ੍ਰੋਧ ਹੈ, ਕ੍ਰੋਧ ਤੋਂ ਵੈਰ ਜਨਮ ਲੈਂਦਾ ਆ। ਸੋ ਨਿਰਭਉ ਅਤੇ ਨਿਰਵੈਰ ਦੋਨੋਂ ਇੱਕੋ ਸਾਥ ਚੱਲਣਗੇ। ਜੇ ਤੁਸੀਂ ਨਿਰਭਉ ਹੋ ਤਾਂ ਹੀ ਨਿਰਵੈਰ ਹੋ, ਨਿਰਵੈਰ ਹੋ ਤਾਂ ਹੀ ਨਿਰਭਉ ਹੋ। ਅੱਗੇ ਆਪਾਂ ਚੱਲੀਏ ਤਾਂ ਜਦੋਂ ਜਨੇਊ ਪਾਉਣ ਦੀ ਗੱਲ ਆਉਂਦੀ ਆ, ਗੁਰੂ ਨਾਨਕ ਪਾਤਸ਼ਾਹ ਜਦੋਂ ਜਨੇਊ ਪਾਉਣ ਦੀ ਗੱਲ ਕਰਦੇ ਆ ਤਾਂ ਉਹ ਹਿੰਦੂ ਰਹੁ ਰੀਤਾਂ ਦੇ ਨਾਲ ਕੋਈ ਵੈਰ ਨਹੀਂ ਰੱਖਦੇ। ਬੜੇ ਧਿਆਨ ਨਾਲ ਇਸ ਗੱਲ ਨੂੰ ਮੇਰੀ ਸੁਣਿਓ, ਸਮਝਿਓ। ਉਹ ਵਿਚਾਰਾਂ ਦੇ ਆਧਾਰ 'ਤੇ ਦੱਸਦੇ ਆ ਕਿ ਉਹ ਜਨੇਊ ਕਿਉਂ ਨਹੀਂ ਪਾਉਣਾ ਚਾਹੁੰਦੇ। ਉਹ ਇੰਝ ਹੀ ਜਾ ਕੇ ਨਹੀਂ ਕਹਿ ਦਿੰਦੇ ਕਿ ਮੈਂ ਨਹੀਂ ਪਾਉਣਾ, ਉਹ ਪਹਿਲਾਂ ਪੁੱਛਦੇ ਆ ਕਿ ਤੁਸੀਂ ਕਿਉਂ ਪਾਉਣਾ ਚਾਹੁੰਦੇ ਆ। ਫਿਰ ਜੋ ਉਹਦੇ ਜਵਾਬ ਆਉਂਦਾ ਆ ਪੰਡਿਤ ਦਾ, ਉਸ ਤੋਂ ਬਾਅਦ ਉਹ ਆਪਣਾ ਤਰਕ ਦਿੰਦੇ ਆ। ਉਹ ਇੱਕ ਬੜੀ ਵਿਚਾਰਾਂ ਦੇ ਆਧਾਰ ਦੇ ਉੱਤੇ ਜਨੇਊ ਪਾਉਣ ਤੋਂ ਮਨਾ ਕਰਦੇ ਆ। ਪਰ ਇਹਦੇ ਨਾਲ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਸਮਝਣ ਵਾਲੀ ਆ ਕਿ ਪਹਿਲੇ ਪਾਤਸ਼ਾਹ ਜਿਸ ਜਨੇਊ ਨੂੰ ਪਾਉਣ ਤੋਂ ਮਨਾ ਕਰਦੇ ਆ, 10ਵੇਂ ਜਾਮੇ ਦੇ ਵਿੱਚ ਜਾ ਕੇ ਉਹੀ ਪਾਤਸ਼ਾਹ ਆਪਣੇ ਪਿਤਾ ਨੂੰ ਉਸੇ ਜਨੇਊ ਲਈ ਸ਼ਹੀਦੀ ਦੇਣ ਨੂੰ ਵੀ ਕਹਿੰਦੇ ਆ। ਉਹਨਾਂ ਨੂੰ ਜਨੇਊ ਦੇ ਨਾਲ ਕੋਈ ਵੈਰ ਨਹੀਂ ਸੀ, ਸਿਰਫ ਉਹਨਾਂ ਨੂੰ ਵੈਰ ਸੀ ਤੇ ਤਰਕਹੀਣਤਾ ਦੇ ਨਾਲ, ਕਿਉਂਕਿ ਜਿਹੜਾ ਪੰਡਿਤ ਸੀ ਉਹ ਤਰਕ ਹੀ ਨਹੀਂ ਦੇ ਸਕਿਆ। ਉਹਨੂੰ ਤਰਕ ਦਾ ਮੌਕਾ ਦਿੰਦੇ ਆ ਕਿ ਤੂੰ ਤਰਕ ਦੇ, ਜੇ ਉਹ ਦੇ ਦਿੰਦਾ, ਉਹਨਾਂ ਨੂੰ ਸੈਟਿਸਫਾਈ ਕਰਾ ਦਿੰਦਾ ਤੇ ਸ਼ਾਇਦ ਗੱਲ ਹੋਰ ਹੁੰਦੀ। ਪਰ ਉਹ ਮੌਕਾ ਹੀ ਉਹ ਕਰ ਹੀ ਨਹੀਂ ਸਕਿਆ, ਉਹ ਮੌਕਾ ਕੈਸ਼ ਹੀ ਨਹੀਂ ਕਰ ਸਕਿਆ। ਉਸ ਤੋਂ ਅੱਗੇ ਜਦੋਂ ਆਪਾਂ ਗੱਲ ਕਰੀਏ ਤਾਂ ਫਿਰ ਆਉਂਦਾ ਹਾਂ, ਹੁਣ ਇਹ ਜਿਹੜੀ ਸਾਡੀ ਲੰਗਰ ਦੀ ਪ੍ਰਥਾ ਹੈ ਨਾ, ਉਹ ਇਸੇ ਨਿਰਭਉਤਾ ਦੇ ਵਿੱਚੋਂ ਨਿਕਲੀ ਹੈ, ਨਿਰਭੈ ਤੇ ਨਿਰਵੈਰ। ਹੁਣ ਲੰਗਰ ਦੀ ਜਿਹੜੀ ਪ੍ਰਥਾ ਸੀ, ਉਹ ਅਸੀਂ ਲੰਗਰ ਦੀ ਪ੍ਰਥਾ ਨੂੰ ਤਾਂ ਬੜਾ ਪਿਆਰ ਨਾਲ ਸਾਂਭ ਲਿਆ, ਪਰ ਉਹ ਪ੍ਰਥਾ ਹੀ ਬਣਾ ਲਈ। ਅਸੀਂ ਇਹ ਸੋਚਿਆ ਹੀ ਨਹੀਂ ਕਿ ਉਹਦੇ ਪਿੱਛੇ ਗੁਰੂ ਨਾਨਕ ਦਾ ਫਲਸਫਾ ਕੀ ਸੀ, ਕਿਹੜੀ ਫਿਲਾਸਫੀ ਦੇ ਵਿੱਚੋਂ ਲੰਗਰ ਨਿਕਲ ਕੇ ਆਇਆ ਸੀ। ਹੁਣ ਇਹਦੇ ਵਿੱਚ ਹੀ ਜਦੋਂ ਆਪਾਂ ਅੱਗੇ ਚੱਲਦੇ ਜਾਵਾਂਗੇ, ਗੁਰੂ ਨਾਨਕ ਨੇ ਸਾਨੂੰ 10 ਜਾਮਿਆਂ ਦੇ ਵਿੱਚ ਅਸੀਂ ਦੇਖਾਂਗੇ ਕਿ ਜਿਹੜਾ ਨਿਰਭਉ ਤੇ ਨਿਰਵੈਰ ਦੀ ਫਿਲਾਸਫੀ ਨੂੰ ਸਾਨੂੰ ਜੀ ਕੇ ਅਭਿਆਸ ਕਰਵਾਇਆ। ਗੁਰੂ ਅਰਜਨ ਦੇਵ ਜਦੋਂ ਤੱਤੀ ਤਵੀ 'ਤੇ ਬੈਠਦੇ ਨੇ ਤਾਂ ਉਹ ਸਾਨੂੰ ਸਭ ਤੋਂ ਵੱਡਾ ਜਿਹੜਾ ਭੈ ਹੈ, ਮੌਤ ਦਾ ਭੈ, ਉਹਦੇ ਤੋਂ ਵੀ ਮੁਕਤ ਕਰ ਦਿੰਦੇ ਆ। ਔਰ ਨਾਲ ਹੀ ਉਹ ਇੱਕ ਗੱਲ ਇਹ ਵੀ ਦੱਸ ਦਿੰਦੇ ਆ ਕਿ ਕੁਛ ਵੀ ਹੋਵੇ, ਤੁਸੀਂ ਸੱਚ ਤੋਂ ਡੋਲਣਾ ਨਹੀਂ। ਤੁਹਾਡਾ ਜਿਹੜਾ ਥੰਮ ਹੈ ਉਹ ਸੱਚ ਹੋ ਸਕਦਾ ਹੈ, ਅਤੇ ਸੱਚ ਦੇ ਉੱਤੇ ਚੱਲਦੇ ਵੱਧ ਤੋਂ ਵੱਧ ਕੀ ਹੋਊਗਾ, ਮੌਤ। ਅਤੇ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਮੌਤ ਵੀ ਕੋਈ ਬੰਦਿਸ਼ ਨਹੀਂ। ਸੋ ਗੁਰੂ ਅਰਜਨ ਦੇਵ ਮਹਾਰਾਜ ਤੱਕ ਆਉਂਦੇ ਆਉਂਦੇ ਸਾਡੀ ਜਿਹੜੀ ਪਕੜ ਹੈ ਸੱਚ ਦੇ ਉੱਤੇ, ਉਹ ਇੰਨੀ ਕੁ ਹੋ ਜਾਂਦੀ ਹੈ ਕਿ ਸਾਡੀ ਜਿਹੜੀ ਭੈ, ਅੰਤਲਾ ਭੈ, ਇੱਕ ਇਨਸਾਨ ਦਾ ਅੰਤਲਾ ਭੈ ਹੁੰਦਾ ਮੌਤ, ਉਹ ਵੀ ਖਤਮ ਕਰ ਦਿੰਦੇ ਆ। ਔਰ ਉਸ ਦੇ ਨਾਲ ਹੀ ਅਗਲੇ ਪਾਤਸ਼ਾਹ ਜਹਾਂਗੀਰ ਦੇ ਨਾਲ ਕਸ਼ਮੀਰ ਤੱਕ ਜਾਂਦੇ ਆ। ਗੁਰੂ ਹਰਗੋਬਿੰਦ ਸਾਹਿਬ ਜਹਾਂਗੀਰ ਦੇ ਨਾਲ, ਉਸੇ ਜਹਾਂਗੀਰ ਨਾਲ ਜਿਸਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਸੀ, ਉਹਦੇ ਨਾਲ ਉਹ ਆਪ ਕਸ਼ਮੀਰ ਤੱਕ ਜਾਂਦੇ ਆ। ਨਿਰਵੈਰਤਾ ਨਹੀਂ ਤੇ ਉਹ ਕਹਿੰਦੇ ਕਿ ਇਹਨੇ ਤਾਂ ਮੇਰੇ ਪਿਓ ਨੂੰ ਸ਼ਹੀਦ ਕਰਾਇਆ, ਮੈਂ ਤਾਂ ਜਾਣਾ ਨਹੀਂ। ਮੈਂ ਅਜਮੇਰ ਸਿੰਘ ਹੁਣਾਂ ਨੂੰ ਸੁਣ ਰਹੀ ਸੀ ਤਾਂ ਉਹਨਾਂ ਨੇ ਇਹ ਗੱਲ ਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਅਸੀਂ ਆਪਣੇ ਅਕੋਰਡਿੰਗ ਜਿੰਨੀ ਕੁ ਸਾਡੀ ਮੱਤ ਆ ਨਾ, ਅਸੀਂ ਗੁਰ ਇਤਿਹਾਸ ਸਿਰਜ ਲੈਂਦੇ ਹਾਂ। ਅਸੀਂ ਇਹ ਸਮਝ ਲੈਂਦੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਅਰਜਨ ਦੇਵ ਜੀ ਦਾ ਜਿਹੜੀ ਸ਼ਹਾਦਤ ਸੀ ਉਹਦਾ ਬਦਲਾ ਲਿਆ। ਜੇ ਉਹਨਾਂ ਨੇ ਬਦਲਾ ਲੈਣਾ ਹੁੰਦਾ ਤਾਂ ਫਿਰ ਉਹ ਜਹਾਂਗੀਰ ਨਾਲ ਜਾਂਦੇ ਨਾ, ਜਹਾਂਗੀਰ ਨੂੰ ਵੀ ਨਾਲ ਖਤਮ ਕਰਦੇ। ਸੋ ਇਹ ਨਿਰਵੈਰਤਾ ਦਾ ਸਾਡੇ ਕੋਲ ਇੱਕ ਮਾਡਲ ਹੈ। ਅੱਗੇ ਚੱਲੀਏ, ਹੁਣ ਜਦੋਂ ਆਪਾਂ ਧਿਆਨ ਦੇ ਨਾਲ ਇਹਨਾਂ ਦੇ ਵਿੱਚੋਂ ਹੀ ਜਿਹੜੀ ਹੈਗੇ ਆ, ਜੇ ਆਪਾਂ ਉਹੀ ਫਿਰ ਅਗਰ ਆਪਾਂ ਇਹਨੂੰ ਧਿਆਨ ਨਾਲ ਅੱਜ ਅਜੋਕੇ ਯੁੱਗ ਦੇ ਵਿੱਚ ਵੀ ਵੇਖੀਏ ਤਾਂ ਕੋਈ ਹਰਿਆ ਬੂਟ ਰਹੀ ਹੋਰੀ ਅੱਜ ਵੀ ਹੈਗੇ ਆ ਔਰ ਸਮੇਂ ਸਮੇਂ ਸਿਰ ਨਿਕਲਦੇ ਆਏ ਆ। ਭਾਈ ਕਨ੍ਹੱਈਆ ਨਿਕਲੇ ਇਸੇ ਨਿਰਵੈਰਤਾ ਦੇ ਵਿੱਚੋਂ, ਇਸੇ ਨਿਰਭਉਤਾ ਦੇ ਵਿੱਚੋਂ। ਫਿਰ ਉਸ ਤੋਂ ਬਾਅਦ ਭਗਤ ਪੂਰਨ ਸਿੰਘ ਨਿਕਲੇ। ਹੁਣ ਜਦੋਂ ਆਪਾਂ ਧਿਆਨ ਨਾਲ ਗੁਰ ਇਤਿਹਾਸ ਨੂੰ ਸਮਝਾਂਗੇ ਤਾਂ ਇਹ ਪਾਵਾਂਗੇ ਕਿ ਗੁਰੂ ਨੇ ਪਹਿਲਾਂ ਸਿੱਖਾਂ ਨੂੰ ਤਿਆਰ ਕੀਤਾ। ਪਹਿਲੇ ਜਾਮੇ 'ਚ ਗੁਰੂ ਬਾਬਾ ਮਲਕ ਭਾਗੋ ਦੀ ਰੋਟੀ ਨੂੰ ਨਕਾਰ ਦਿੰਦੇ ਨੇ। ਇਹ ਗੱਲ ਵੀ ਮੈਨੂੰ ਬੜੀ ਅਪੀਲ ਕਰਦੀ ਹੈ। ਹੋ ਸਕਦਾ ਤੁਹਾਡੇ ਨੂੰ ਕੋਈ ਕਿਸੇ ਦਾ ਹੋਰ ਆਈਡੀਆ ਹੋਵੇ, ਪਰ ਮੈਨੂੰ ਇਹ ਬੜੀ ਅਪੀਲ ਕਰਦੀ ਹੈ ਕਿ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਲਕ ਭਾਗੋ ਦੀ ਰੋਟੀ ਨੂੰ ਨਕਾਰ ਦਿੰਦੇ ਨੇ। ਉਹ ਨਕਾਰਦੇ ਨੇ ਔਰ ਨਾਲ ਹੀ ਦੱਸਦੇ ਆ ਕਿ ਕਿਉਂ ਨਕਾਰਦੇ ਆ, ਕਿਉਂਕਿ ਉਹ ਕਿਰਤੀ ਨਹੀਂ ਸੀ। ਉਹ ਕਿਰਤ ਦਾ ਇੱਕ ਸਿਧਾਂਤ ਦੇ ਦਿੰਦੇ ਆ। ਇਸ ਦਾ ਮਤਲਬ ਕਿਤੇ ਵੀ ਇਹ ਨਹੀਂ ਕਿ ਉਹਨਾਂ ਨੂੰ ਗਰੀਬੀ ਨਾਲ ਪਿਆਰ ਤੇ ਜਾਂ ਅਮੀਰੀ ਦੇ ਨਾਲ ਨਫ਼ਰਤ ਸੀ, ਕਿਉਂਕਿ ਉਹਨਾਂ ਨੂੰ ਵੈਰ ਹੈ ਹੀ ਨਹੀਂ। ਇਸ ਦਾ ਪ੍ਰਮਾਣ 10ਵੇਂ ਜਾਮੇ ਤੱਕ ਆਉਂਦੇ ਜ਼ਰਾ ਸੋਚ ਕੇ ਦੇਖਿਓ ਕਿ ਜਦੋਂ ਛੋਟੇ ਸਾਹਿਬਜ਼ਾਦੇ ਜਦੋਂ ਉਹਨਾਂ ਨੇ ਸ਼ਹੀਦ ਹੋਣਾ ਸੀ ਤੇ ਉੱਥੇ ਦੀਵਾਨ ਟੋਡਰ ਮੱਲ ਵੀ ਸੇਵਾ ਕਰ ਰਹੇ ਨੇ।
ਤੇ ਮੋਤੀ ਮਹਿਰਾ ਵੀ ਸੇਵਾ ਕਰ ਰਹੇ ਨੇ। ਸੋ ਮੋਤੀ ਮਹਿਰਾ ਤੇ ਦੀਵਾਨ ਟੋਡਰਮਲ ਦੋਵਾਂ ਨੂੰ ਇੱਕੋ ਸਟੇਜ ਤੇ ਲਿਆ ਕੇ ਗੁਰੂ ਮਹਾਰਾਜ ਖੜਾ ਕਰ ਦਿੰਦੇ ਨੇ। ਉਹ ਇੰਨਾ ਕੁ ਤਿਆਰ ਕਰ ਦਿੰਦੇ ਨੇ ਸਿੱਖ। ਮਲਕ ਭਾਗੋ ਨੇ ਬੜੇ ਪਿਆਰ ਨਾਲ ਗੁਰੂ ਸਾਹਿਬ ਨੂੰ ਬੁਲਾਇਆ ਸੀ। ਉਹ ਬੜੇ ਪਿਆਰ ਨਾਲ, ਉਹ ਚਾਹੁੰਦਾ ਸੀਗਾ ਕਿ ਗੁਰੂ ਸਾਹਿਬ ਮੇਰੇ ਕੋਲ ਆਉਣ, ਪਰ ਉਹਨੂੰ ਦੱਸ ਦਿੰਦੇ ਆ ਕਿ ਭਾਈ ਤੇਰੀ ਜਿਹੜੀ ਕਿਰਤ ਆ ਨਾ ਉਹ ਮੈਨੂੰ ਸਹੀ ਨਹੀਂ। ਸੋ ਮਲਕ ਭਾਗੋ ਇੱਕ ਆਈਡੀਆ ਆ ਜਿਹਨੂੰ ਗੁਰੂ ਨਾਨਕ ਰਿਫਿਊਟ ਕਰਦੇ ਆ ਕਿ ਮੈਨੂੰ ਇਹ ਆਈਡੀਆ ਠੀਕ ਨਹੀਂ। ਜਦ ਤੱਕ ਉਹ ਆਈਡੀਆ ਮੋਡੀਫਾਈ ਹੁੰਦੇ ਹੁੰਦੇ ਦੀਵਾਨ ਟੋਡਰਮਲ ਨਹੀਂ ਬਣਦਾ, ਤਦ ਤੱਕ ਉਹ ਗੁਰੂ ਘਰ ਦਾ ਸੇਵਾਦਾਰ ਨਹੀਂ ਹੁੰਦਾ। ਹੁਣ ਅੱਗੇ ਚੱਲੀਏ ਤੇ ਪੰਜਵੇਂ ਗੁਰੂ ਜਦੋਂ ਸ਼ਹੀਦ ਹੁੰਦੇ ਨੇ, ਇਹ ਵੀ ਬੜੀ ਮੈਨੂੰ ਬਹੁਤ ਇੰਪੋਰਟੈਂਟ ਲੱਗਦੀ ਹੈ ਗੱਲ ਕਿ ਪੰਜਵੇਂ ਗੁਰੂ ਜਦੋਂ ਸ਼ਹੀਦ ਹੋ ਰਹੇ ਨੇ, ਇਸ ਗੱਲ ਨੂੰ ਧਿਆਨ ਦਿਓ, ਤਾਂ ਸਿੱਖ ਦੇਖ ਰਹੇ ਨੇ। ਪੰਜਵੇਂ ਗੁਰੂ ਜਦ ਸ਼ਹੀਦ ਹੋ ਰਹੇ ਨੇ ਤੇ ਸਿੱਖ ਉਹਨਾਂ ਨੂੰ ਦੇਖ ਰਹੇ ਨੇ। 9ਵੇਂ ਜਾਮੇ ਤੱਕ ਆਉਂਦੇ ਆਉਂਦੇ ਉਹ ਇੰਨੇ ਕੁ ਤਿਆਰ ਕਰ ਦਿੱਤੇ ਸਿੱਖ ਉਹਨਾਂ ਨੇ ਕਿ ਸਿੱਖ ਸ਼ਹੀਦ ਹੋ ਰਹੇ ਨੇ ਤੇ ਗੁਰੂ ਦੇਖ ਰਿਹਾ। ਇਹ ਗੱਲ ਸਾਨੂੰ ਸਮਝਣੀ ਪਊਗੀ। ਪੰਜਵੇਂ ਗੁਰੂ ਨੇ ਸਾਡੇ ਸਾਹਮਣੇ ਇੱਕ ਮਾਡਲ ਇਸਟੈਬਲਿਸ਼ ਕੀਤਾ ਕਿ ਮੌਤ ਤੋਂ ਵੱਡਾ ਕੋਈ ਡਰ ਨਹੀਂ। ਇਸ ਡਰ ਨੂੰ ਵੀ ਸਰ ਕਰਨਾ, ਜਿੱਤਣਾ ਸਾਡਾ ਕੰਮ ਹੈ। 9ਵੇਂ ਗੁਰੂ ਤੱਕ ਆਉਂਦੇ ਆਉਂਦੇ ਸਿੱਖਾਂ ਨੇ ਉਹ ਸਰ ਕਰਨੀ ਸਿੱਖ ਲਈ ਤੇ ਗੁਰੂ ਉਹਨਾਂ ਨੂੰ ਸੁਪਰਵਾਈਜ਼ ਕਰ ਰਿਹਾ, ਉਹਨਾਂ ਨੂੰ ਦੇਖ ਰਿਹਾ, ਉਹਨਾਂ ਨੂੰ ਸ਼ਹੀਦ ਹੁੰਦਿਆਂ। ਇਹ ਮੇਰੇ ਹਿਸਾਬ ਨਾਲ ਤਾਂ ਇੱਕ ਬਹੁਤ ਵੱਡਾ ਫਲਸਫਾ ਆਪਣੇ ਆਪ ਦੇ ਵਿੱਚ ਲੈ ਕੇ ਆਉਂਦਾ। ਹੁਣ ਫਿਰ ਮੈਂ ਇਹ ਦੇਖਦੀ ਹਾਂ ਕਿ ਜਿਹੜੇ ਗੁਰੂ ਨੇ ਸਿੱਖ ਤਿਆਰ ਕੀਤੇ ਉਹ ਕਿਹੜੇ ਸੀ। ਹੁਣ ਉਹ ਆਪਾਂ ਅਰਦਾਸ ਦੇ ਵਿੱਚ ਹਮੇਸ਼ਾ ਬੋਲਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਦੇ ਚੜੇ, ਆਰਿਆਂ ਨਾਲ ਚਿਰਾਏ ਗਏ। ਤੁਸੀਂ ਇਹ ਸੋਚੋ 92 ਸਾਲ ਦਾ ਬੰਦਾ ਔਰ ਉਹਦਾ ਬੰਦ ਕੱਟੇ ਜਾ ਰਹੇ ਹੋਣ ਤਾਂ ਉਹ ਸੀਵ ਨਾ ਕਰੇ। ਇਹ ਕੌਣ ਲੋਕ ਸੀ? ਮੈਨੂੰ ਬੜੀ ਹੈਰਾਨੀ ਹੁੰਦੀ ਆ ਕਿ ਇਹ ਦੁਨਿਆਵੀ ਲੋਕ ਸੀ। ਬੇਸ਼ੱਕ ਇਹ ਗੁਰੂ ਨੇ ਤਿਆਰ ਕੀਤੇ ਹੋਏ ਸਿੱਖ ਸੀ, ਪਰ ਤਦ ਤੱਕ ਗੁਰੂ ਇਹ ਨਹੀਂ ਕਹਿੰਦਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ, ਜਦ ਤੱਕ ਉਹਨੇ ਟੈਸਟ ਨਹੀਂ ਕਰ ਲਏ। ਟੈਸਟ ਕਰ ਲਿਆ, ਸਿੱਖਾਂ ਨੂੰ ਬਣਾ ਲਿਆ, ਉਹਨਾਂ ਦਾ ਕਿਰਦਾਰ ਜਿਹੜਾ ਉਹ ਡਿਫਾਈਨ ਕਰ ਦਿੱਤਾ, ਤੇ ਉਸ ਤੋਂ ਬਾਅਦ ਗੁਰੂ ਬੋਲਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ। ਫਿਰ ਆਉਂਦਾ ਸਾਡੇ ਕੋਲ। ਹੁਣ ਅਸੀਂ ਜਿਹੜਾ ਇਹ ਫਲਸਫਾ ਸੀ ਨਾ, ਅਸੀਂ ਇਹਨੂੰ ਜੀਣਾ ਸੀ। ਅਸੀਂ ਸਿਰਫ ਇਹਨੂੰ ਗੱਲਾਂ 'ਚ ਨਹੀਂ ਸੀ ਕਰ ਦੇਣਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ। ਧਿਆਨ ਨਾਲ ਜਿਹਨੂੰ ਆਪਾਂ ਡੀਕਨਸਟਰਕਟ ਕਰਕੇ ਦੇਖੀਏ ਨਾ, ਤਾਂ ਗੁਰੂ ਸਾਡੇ ਕੋਲੋਂ ਇਹ ਐਕਸਪੈਕਟ ਕਰਦੇ ਸੀ ਕਿ ਅਸੀਂ ਇੰਝ ਜੀਣਾ ਆ, ਅਸੀਂ ਉਹਦੇ ਰੂਪ ਹੋ ਕੇ ਜੀਣਾ ਆ। ਜੋ ਉਹ ਸੀ, ਜਿਵੇਂ ਦਾ ਉਹ ਸੀ, ਅਸੀਂ ਉਹਨੂੰ ਰਿਪਲੀਕੇਟ ਕਰਨਾ ਆ। ਬਾਬਾ ਬੰਦਾ ਬਹਾਦਰ ਜਦੋਂ ਆਉਂਦੇ ਆ ਤਾਂ ਉਦੋਂ ਸਾਨੂੰ ਲੱਗਦਾ ਕਿਸੇ ਵੀ ਜਗ੍ਹਾ ਦੇ ਉੱਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਜਿਹੜਾ ਸਰੀਰ ਆ ਉਹ ਛੱਡ ਚੁੱਕੇ। ਸਾਨੂੰ ਲੱਗਦਾ ਹੈ ਸਾਡੇ ਗੁਰੂ ਆਪਾਂ ਬੰਦੇ ਬਹਾਦਰ ਦੇ ਵਿੱਚ ਗੁਰੂ ਦੀ ਜਿਹੜੀ ਸ਼ਕਤੀ ਆ ਉਹ ਦੇਖਦੇ ਹਾਂ। ਜਿਵੇਂ ਖਹਿਰਾ ਸਾਹਿਬ ਅਕਸਰ ਹੀ ਕਹਿ ਦਿੰਦੇ ਆ ਕਿ ਪੰਥ ਦੇ ਵਿੱਚ ਜੋਤ ਚਲੀ ਗਈ। ਉਹ ਪੰਥ ਪਹਿਲਾਂ ਤਿਆਰ ਕੀਤਾ ਗਿਆ, ਫਿਰ ਉਹਦੇ ਵਿੱਚ ਜੋਤ ਗਈ ਆ। ਅਸੀਂ ਇਸ ਚੀਜ਼ ਨੂੰ ਜੀਣਾ ਸੀ। ਗੁਰੂ ਨੇ ਸਾਨੂੰ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼, ਉਹਨੇ ਸਾਨੂੰ ਗਿਆਨ ਦੇ ਦਿੱਤਾ ਸੀ। ਸਾਡਾ ਇੱਕ ਵਾਰੀ ਜਿਹੜਾ ਅੰਧੇਰਾ ਸੀ ਅਗਿਆਨ ਦਾ, ਉਹਨੇ ਖਤਮ ਕਰਤਾ ਸੀ। ਹੁਣ ਇਹ ਸੰਭਾਲ ਕੇ ਸਾਨੂੰ ਰੱਖਣਾ ਸੀ, ਅਸੀਂ ਸੰਭਾਲ ਕੇ ਰੱਖਣਾ ਸੀ ਇਹਨੂੰ। ਗੁਰੂ ਨਾਨਕ ਨੇ ਸਾਨੂੰ ਫਿਲਾਸਫੀ ਦਿੱਤੀ, ਅਭਿਆਸ ਕਰਵਾ ਦਿੱਤਾ, ਉਸ ਅਭਿਆਸ ਨੂੰ ਜੀਣਾ ਸਿਖਾ ਦਿੱਤਾ। ਸਾਂਭਣ ਦੀ ਜਿਹੜੀ ਜ਼ਿੰਮੇਵਾਰੀ ਸੀ ਨਾ ਉਹ ਸਾਡੀ ਸੀ। ਇੱਕ ਗੱਲ ਵੱਲ ਹੋਰ ਛੋਟਾ ਜਿਹਾ ਧਿਆਨ ਦਿਓ, ਮੈਂ ਬਹੁਤ ਜ਼ਿਆਦਾ ਟਾਈਮ ਨਹੀਂ ਲੈਣਾ। ਜਦੋਂ 10ਵੇਂ ਪਾਤਸ਼ਾਹ ਦੇ ਜਦੋਂ ਹੀਰਿਆਂ ਵਰਗੇ ਲਾਲ ਜਦੋਂ ਸ਼ਹੀਦ ਕਰਵਾ ਦਿੰਦੇ ਆ, ਉਹ ਸੀ ਨਹੀਂ ਕਰਦੇ। ਉਹ ਕਹਿੰਦੇ ਕੀ ਆ, ਤੁਸੀਂ ਇਹਨੂੰ ਠੀਕ ਆ, ਅਸੀਂ ਗੁਰੂਆਂ ਨੂੰ, ਸਾਡੇ ਵਾਸਤੇ ਗੁਰੂ ਸਾਡੇ ਬਹੁਤ ਉੱਪਰ ਹੈ, ਉਹ ਸ਼ਬਦ ਰੂਪ ਨੇ, ਪਰ ਜੇ ਸਿਰਫ ਇੱਕ ਇਨਸਾਨ ਵਾਂਗੂ ਹੀ ਸਮਝੋ, ਤੁਸੀਂ ਸਾਰੇ ਇਨਸਾਨ ਵਾਂਗੂ ਸਮਝੋ, ਆਪਾਂ ਸਾਰੇ ਇਨਸਾਨ ਵਾਂਗੂ ਸਮਝੀਏ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਬੱਚੇ, 4 ਹੀਰਿਆਂ ਵਰਗੇ ਲਾਲ ਜਿਹੜੇ ਆ ਉਹ ਸ਼ਹੀਦ ਹੋ ਗਏ ਆ। ਉਹ ਸੀ ਨਹੀਂ ਕਰਦੇ। ਉਹ ਕੀ ਕਹਿੰਦੇ ਆ, 4 ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਹੁਣ ਮੈਂ ਆਪਣੇ ਆਪ ਨੂੰ ਜਦੋਂ ਵੀ ਇਹ ਸਵਾਲ ਪੁੱਛਦੀ ਹਾਂ ਤੇ ਮੇਰੇ ਮੂੰਹ ਦੇ ਉੱਤੇ ਤੇ ਬਹੁਤ ਵੱਜਦੀਆਂ, ਆਪਣੇ ਆਪ ਹੀ ਵੱਜਦੀਆਂ ਕਿ ਤੇਰੇ ਵਾਸਤੇ ਉਹਨਾਂ ਨੇ ਇੰਨੀਆਂ ਕੀਮਤੀ ਜਿਹੜੇ ਉਹ ਹੀਰੇ ਸੀ ਉਹਨਾਂ ਨੂੰ ਵਾਰ ਦਿੱਤਾ। ਤੁਸੀਂ ਇਹ ਸਾਰੇ ਪੁੱਛੋ ਕਿ ਅਸੀਂ ਜੀਨੇ ਹਾਂ। ਬੇਸ਼ੱਕ ਬਹੁਤ ਸਾਰੇ ਐਸੇ ਸਿੱਖ ਹੈ ਜੋ ਅੱਜ ਵੀ ਗੁਰੂ ਫਲਸਫੇ ਦੇ ਲੜ ਲੱਗੇ ਹੋਏ ਆ, ਜੋ ਅੱਜ ਵੀ ਜੀਂਦੇ ਆ, ਪਰ ਅਸੀਂ ਆਪਣੇ ਆਪ ਨੂੰ ਸਵਾਲ ਕਰੀਏ ਕਿ ਅਸੀਂ ਜੀਨੇ ਹਾਂ।
ਮੈਂ ਜੀਨੀ ਆ, ਤੁਸੀਂ ਪੁੱਛੋ ਤੁਸੀਂ ਜੀਂਦੇ ਹੋ। ਅਸੀਂ ਜਵਾਬ ਦੇ ਮਾਤਾ ਸਾਹਿਬ ਕੌਰ ਨੂੰ ਆ, ਅਸੀਂ ਜਵਾਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ। ਇਟ ਇਜ਼ ਬਿਟਵੀਨ ਮੀ ਐਂਡ ਮਾਈ ਗੁਰੂ, ਇਟ ਇਜ਼ ਬਿਟਵੀਨ ਯੂ ਐਂਡ ਯੋਰ ਗੁਰੂ, ਇਟ ਇਜ਼ ਨਾਟ ਬਿਟਵੀਨ ਯੂ ਐਂਡ ਮੀ। ਮੈਨੂੰ ਜਾਂ ਮੈਂ ਤੁਹਾਨੂੰ ਕੁਝ ਪ੍ਰੂਵ ਕਰਾਂ ਜਾਂ ਤੁਸੀਂ ਮੈਨੂੰ ਕੁਝ ਪ੍ਰੂਵ ਕਰੋ, ਇਹ ਗੱਲ ਹੈ ਨਹੀਂ, ਕਿਉਂਕਿ ਮੈਂ ਤੁਹਾਡੇ ਲਈ ਕੁਝ ਨਹੀਂ ਕੀਤਾ, ਉਹ ਗੁਰੂ ਨੇ ਕੀਤਾ ਸੀ। ਹੁਣ ਇੱਕ ਮਹਿਬੂਬ ਸਾਹਿਬ, ਹਰਿੰਦਰ ਸਿੰਘ ਮਹਿਬੂਬ ਇੱਕ ਬੜਾ ਵਧੀਆ ਵਰਡ ਇਸਤੇਮਾਲ ਕਰਦੇ ਨੇ, ਪਹਿਲ ਤਾਜ਼ਗੀ। ਉਹ ਕਹਿੰਦੇ ਨੇ ਕਿ ਹਰ ਇੱਕ ਧਰਮ ਦੀ ਇੱਕ ਪਹਿਲ ਤਾਜ਼ਗੀ ਹੁੰਦੀ ਆ। ਸਿੱਖ ਧਰਮ ਦੀ ਜਿਹੜੀ ਪਹਿਲ ਤਾਜ਼ਗੀ ਹੈ, ਜੋ ਸਿੱਖ ਪੰਥ ਦੀ ਜਿਹੜੀ ਇੱਕ ਪਹਿਲ ਤਾਜ਼ਗੀ ਆ, ਉਹ ਤਕਰੀਬਨ 250 ਸਾਲ ਤੋਂ ਉੱਪਰ ਹੀ ਨਿਰੰਤਰ ਚੱਲੀ ਹੈ, ਉਹ ਪਹਿਲ ਤਾਜ਼ਗੀ ਰਹੀ ਹੈ। ਹੁਣ ਗੱਲ ਇੱਥੇ ਆ ਕੇ ਖਤਮ ਹੁੰਦੀ ਹੈ ਕਿ ਫਿਰ ਅਸੀਂ ਇੱਕ ਇੱਕ ਕਰਕੇ ਗੁਰੂ ਦੀਆਂ ਜਿਹੜੀਆਂ ਸਿੱਖਿਆਵਾਂ ਸੀ ਉਹਨਾਂ ਨੂੰ ਵਿਸਾਰਦੇ ਗਏ, ਉਹ ਪਹਿਲ ਤਾਜ਼ਗੀ ਖਤਮ ਹੁੰਦੀ ਗਈ। ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਵਿਸਾਰਿਆ। ਨਾ ਸਾਡੇ ਵਿੱਚ ਪੂਰੀ ਤਰ੍ਹਾਂ ਅਸੀਂ ਭਾਈ ਕਨ੍ਹਈਆ ਨੂੰ ਸਾਂਭ ਸਕੇ, ਨਾ ਅਸੀਂ ਬਾਬਾ ਬੰਦਾ ਬਹਾਦਰ ਨੂੰ ਸਾਂਭ ਸਕੇ, ਨਾ ਅਸੀਂ ਗੁਰੂ ਨਾਨਕ ਦੀ ਗੋਸ਼ਟੀ ਨੂੰ ਸੰਭਾਲ ਸਕੇ, ਨਾ ਸੱਚ ਤੇ ਕਿਰਤ ਨੂੰ ਸੰਭਾਲ ਸਕੇ। ਅਸੀਂ ਕੁਝ ਵੀ ਨਹੀਂ ਸੰਭਾਲਿਆ। ਅਸੀਂ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਗੁਰੂ ਦੀਆਂ ਸਿੱਖਿਆਵਾਂ ਤੋਂ ਮੂੰਹ ਮੋੜਦੇ ਗਏ। ਜਿਹੜੀ ਚੀਜ਼ ਸਾਨੂੰ ਸੌਖੀ ਲੱਗਦੀ ਆ, ਅਸੀਂ ਉਹਦੇ ਵੱਲ ਮੋਲਡ ਹੁੰਦੇ ਗਏ ਕਿ ਚਲੋ ਆਹ ਸੌਖਾ, ਆਹ ਰੱਖ ਲਓ, ਇਹਨੂੰ ਕਰ ਲਓ, ਕਿ ਇਹ ਤਾਂ ਜ਼ਰੂਰੀ ਨਹੀਂ ਹੈਗਾ। ਜਿੱਦਾਂ ਬਹੁਤੇ ਲੋਕ ਕਹਿ ਦਿੰਦੇ ਆ ਕਿ ਵਾਲ ਰੱਖਣੇ ਜ਼ਰੂਰੀ ਥੋੜ੍ਹੀ ਆ, ਵਾਲਾਂ ਵਿੱਚ ਸਿੱਖੀ ਥੋੜ੍ਹੀ ਆ। ਉਹ ਅਸੀਂ ਆਪਣੇ ਹਿਸਾਬ ਨਾਲ ਮੋਲਡ ਕਰ ਲਿਆ ਸਾਰਾ ਕੁਝ। ਜਿੱਥੇ ਜਿੱਥੇ ਸਾਨੂੰ ਲੱਗਾ ਕਿ ਆਹ ਕੰਮ ਮੇਰੇ ਲਈ ਠੀਕ ਆ, ਸੌਖਾ ਹੈ, ਇਹਨੂੰ ਅਪਣਾ ਲਓ, ਬਾਕੀ ਰਹਿਣ ਦਿਓ। ਹੌਲੀ ਹੌਲੀ ਕਰਕੇ ਅਸੀਂ ਗੁਰੂ ਦੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ ਨੂੰ ਛੱਡਦੇ ਗਏ। ਇਹੀ ਕਾਰਨ ਆ ਕਿ ਜਿੱਥੇ ਅੱਜ ਅਸੀਂ ਖੜ੍ਹੇ ਹਾਂ ਨਾ, ਸਾਨੂੰ ਇੱਥੋਂ ਹੀ ਸਾਰਾ ਕੁਝ ਮਿਲਦਾ। ਅਸੀਂ ਬੜੇ ਡਰੇ ਹੋਏ, ਬੜੇ ਈਰਖਾਲੂ ਜੇ, ਬੜੇ ਝਗੜਾਲੂ ਜੇ ਲੋਕ ਹਾਂ। ਜੇ ਆਪਾਂ ਧਿਆਨ ਨਾਲ ਦੇਖੀਏ, ਮੈਂ ਤਾਂ ਘੱਟੋ ਘੱਟ ਜਦੋਂ ਆਪਣੇ ਆਪ ਨੂੰ ਦੇਖਦੀ ਹਾਂ ਤਾਂ ਉਦੋਂ ਇੰਝ ਹੀ ਮਹਿਸੂਸ ਕਰਦੀ ਹਾਂ, ਹੰਕਾਰੇ ਹੋਏ। ਔਰ ਇਹ ਮੈਂ ਅੱਗੇ ਗੱਲ ਆਪਾਂ ਕਰਾਂਗੇ ਵੀ ਇਹਦੇ ਉੱਤੇ। ਹੁਣ ਜਿਹੜਾ ਸਕੋਰ ਕਾਰਡ ਆਪਾਂ ਸ਼ੁਰੂ ਵਿੱਚ ਤਿਆਰ ਕੀਤਾ ਸੀ ਨਾ, ਉਸ ਨੂੰ ਦੁਬਾਰਾ ਜਰਾ ਆਪਣੇ ਦਿਮਾਗ 'ਚ ਲੈ ਕੇ ਆਇਓ। ਸਮਝੀਏ ਕਿ ਜਿਹੜੀ ਇਹ ਨਿਰਭਉ ਅਤੇ ਨਿਰਵੈਰ ਦੀ ਫਿਲੋਸਫੀ ਦਿੱਤੀ ਸੀ ਗੁਰੂ ਨੇ, ਅਸੀਂ ਉਹਨੂੰ ਛੱਡਿਆ, ਅਸੀਂ ਉਹਨੂੰ ਤਿਆਗਿਆ। ਇਹੀ ਕਾਰਨ ਆ ਕਿ ਉਹ ਜਿਹੜਾ ਸਕੋਰ ਕਾਰਡ ਆ ਉਹ ਇੰਨਾ ਲੰਬਾ ਹੋ ਗਿਆ। ਅਸੀਂ ਡਰ ਗਏ। ਜੇ ਤੁਹਾਡੇ ਘਰ ਦੇ ਵਿੱਚ ਕੋਈ ਜਗ੍ਹਾ ਹੈਗੀ ਆ ਤਾਂ ਉਹ ਪਹਿਲਾਂ ਕਹਿ ਦਿੰਦੇ ਕਿ ਇਹ ਪੀਰ ਦੀ ਜਗ੍ਹਾ ਸੀਗੀ, ਇੱਥੇ ਨਾ ਦੀਵਾ ਬਾਲਿਆ ਕਰੋ, ਨਹੀਂ ਤਾਂ ਤੁਹਾਡੇ ਘਰ ਦਾ ਰਹਿਣਾ ਕੁਛ ਨਹੀਂ। ਅਸੀਂ ਡਰ ਜਾਂਦੇ ਹਾਂ, ਡਰੇ ਹੋਏ ਲੋਕ ਆ ਨਾ ਅੰਦਰੋਂ, ਫਟਾਫਟ ਜਾ ਕੇ ਉੱਥੇ ਦੀਵੇ ਬਾਲਣੇ ਸ਼ੁਰੂ ਕਰ ਦਿੰਦੇ ਹਾਂ। ਫਿਰ ਕਹਿੰਦੇ ਨਹੀਂ ਅਸੀਂ ਮੱਥਾ ਨਹੀਂ ਟੇਕਦੇ, ਦੀਵਾ ਬਾਲ ਕੇ ਆ ਜਾਈਦਾ। ਵਾਟ ਐਵਰ, ਜੋ ਵੀ ਕਰਦੇ ਹੋ। ਉਸ ਤੋਂ ਅੱਗੇ ਚੱਲੀਏ, ਸ਼ਨੀਵਾਰ ਨੂੰ ਤੇਲ ਪਾਓ, ਨਹੀਂ ਤਾਂ ਇਹ ਸਾਡੇ ਪੰਜਾਬ ਤਾਂ ਬਹੁਤ ਚੱਲਦਾ, ਸ਼ਨੀਵਾਰ ਨੂੰ ਤੇਲ ਪਾਓ, ਤੁਹਾਡਾ ਮੁੰਡਾ ਬਾਹਰ ਚੱਲ ਜੂਗਾ। ਔਰ ਉਹ ਪਾਉਂਦੇ ਆ। ਤੁਸੀਂ ਡਰਦੇ ਹੋ ਜਾਂ ਤੁਸੀਂ ਕਿਸੇ ਲਾਲਚ ਵਾਸ ਹੋ, ਪਰ ਤੁਸੀਂ ਨਾ ਤਾਂ ਨਿਰਭਉ ਹੋ ਨਾ ਨਿਰਵੈਰ ਹੋ। ਕਿਉਂਕਿ ਜਿਹੜਾ ਲਾਲਚੀ ਬੰਦਾ ਹੁੰਦਾ ਨਾ, ਸਭ ਤੋਂ ਵੱਧ ਭੈ ਵੀ ਉਸੇ ਨੂੰ ਹੀ ਹੁੰਦਾ ਆ। ਕੀ ਪ੍ਰੋਬਲਮ ਕੀ ਸਾਡੇ ਜਿਹੜੇ ਹੁਣ ਉਹ ਜਿਹੜੇ 2 ਪੰਡਾਲ ਲੱਗੇ ਸੀ, ਮੈਂ ਉਹਨਾਂ ਨੂੰ ਐਨਾਲਾਈਜ਼ ਕਰਦੀ ਸੀ ਕਿ ਕੀ ਪ੍ਰੋਬਲਮ ਕੀ ਆ, ਇਕੱਠੇ ਕਿਉਂ ਨਹੀਂ ਬੈਠ ਸਕਦੇ। ਪ੍ਰੋਬਲਮ ਸੀ ਕਿ ਜੇ ਇਕੱਠੇ ਬੈਠ ਗਏ ਤਾਂ ਕਿਹਨੂੰ ਵੱਧ ਟਾਈਮ ਮਿਲੂਗਾ, ਕਿਹਨੂੰ ਘੱਟ ਟਾਈਮ ਮਿਲੂਗਾ, ਉਹਦੀ ਤਾਂ ਚੌਧਰ ਖੁੱਸ ਜਾਣੀ ਹੈ ਨਾ। ਉਹ ਡਰ ਸੀਗਾ ਕਿ ਜੇ ਅਮਰਿੰਦਰ ਸਿੰਘ ਬੋਲ ਗਿਆ ਅਤੇ ਬਾਦਲ ਸਾਹਿਬ ਦੀ ਬੋਲਣ ਦੀ ਵਾਰੀ ਨਾ ਆਈ ਤਾਂ ਗੜਬੜ ਹੋ ਜਾਣੀ ਹੈ। ਜੇ ਸਿੱਧੂ ਨੂੰ ਟਾਈਮ ਮਿਲ ਗਿਆ ਤਾਂ ਫਿਰ ਬਾਕੀ। ਉਹ ਡਰੇ ਹੋਏ ਲੋਕ ਆ। ਉਸੇ ਡਰ ਦੇ ਵਿੱਚੋਂ, ਉਸ ਲਾਲਚ ਦੇ ਵਿੱਚੋਂ ਡਰ ਨਿਕਲ ਰਿਹਾ, ਔਰ ਡਰ ਦੇ ਵਿੱਚੋਂ ਵੈਰ ਨਿਕਲ ਰਿਹਾ। ਔਰ ਵੈਰ ਦੇ ਵਿੱਚੋਂ ਜਿਹੜਾ ਉਹ ਜੋ ਕਿਰਦਾਰ ਨਿਕਲ ਰਿਹਾ, ਉਹ ਸਿੱਖ ਕਿਰਦਾਰ ਕਦੀ ਨਹੀਂ ਸੀ। ਉਹ ਗਲਤ ਚੀਜ਼ ਉਹ ਆਪਣੇ ਨਾਲ ਲਈ ਚੱਲਦੇ ਆ। ਮੈਂ ਜਦੋਂ ਸਕੂਲ ਵੀ ਪੜ੍ਹਦੀ ਹੁੰਦੀ ਸੀ, ਅਤੇ ਸਾਡੇ ਸਕੂਲ ਦੇ ਵਿੱਚ ਬੱਚੇ ਜਿਹੜੇ ਸੀਗੇ ਨਾ, ਉਹ ਆਪਣੇ ਪੇਪਰ ਦੇ ਉੱਤੇ 1 ਓਂਕਾਰ ਲਿਖਦੇ ਹੁੰਦੇ ਸੀ। ਸ਼ਾਇਦ ਜੇ ਕੋਈ ਪੰਜਾਬ ਤੋਂ ਆਇਆ ਹੋਵੇ ਤਾਂ ਉਹਨੂੰ ਪਤਾ ਹੋਊਗਾ। ਉਹ ਪੇਪਰ ਦੇ ਹਰ ਇੱਕ ਪੰਨੇ ਦੇ ਉੱਤੇ 1 ਓਂਕਾਰ ਲਿਖਦੇ, ਅੱਜ ਵੀ ਲਿਖਦੇ ਆ। ਉਹ ਕੀ ਸੀ? ਉਹ ਡਰ ਸੀ ਕਿ ਜੇ 1 ਓਂਕਾਰ ਨਾ ਲਿਖਿਆ ਤਾਂ ਫਿਰ ਅਸੀਂ ਤਾਂ ਫੇਲ ਹੋ ਜਾਣਾ। ਗੁਰੂ ਨਾਨਕ ਨੇ ਤੁਹਾਨੂੰ 1 ਓਂਕਾਰ ਜਿਹੜਾ ਆ ਉਹ ਕਿਸੇ ਡਰ 'ਚ ਪਾਉਣ ਨੂੰ ਨਹੀਂ ਦਿੱਤਾ। ਉਹਨੇ ਤੁਹਾਨੂੰ ਡਰ 'ਚੋਂ, ਵੈਰ ਤੋਂ ਮੁਕਤ ਕੀਤਾ ਸੀ। ਪਰ ਅਸੀਂ ਉਸੇ ਦਾ ਨਾਮ ਇਸਤੇਮਾਲ ਕਰਕੇ ਫਿਰ ਉਸੇ ਹੀ ਡਰ ਦੇ ਵਿੱਚ ਆ ਗਏ ਹਾਂ। ਨਗ ਪਾ ਲਓ, ਇਸ ਨਗ ਦੇ ਨਾਲ ਤੁਸੀਂ ਬਿਮਾਰ ਨਹੀਂ ਹੋਣਾ, ਇਸ ਨਗ ਦੇ ਨਾਲ ਤੁਹਾਡੀ ਜਿਹੜੀ ਆ ਉਹ ਬਿਜ਼ਨਸ ਬਹੁਤ ਵੱਧ ਜਾਣਾ। ਇਹ ਡਰੇ ਹੋਏ ਲੋਕਾਂ ਦੀ ਗੱਲਾਂ ਹੈ। ਅਸੀਂ ਡਰੇ ਹੋਏ ਲੋਕ ਹਾਂ। ਮੰਨ ਲਈਏ, ਜਦ ਤੱਕ ਮੰਨਾਂਗੇ ਨਹੀਂ ਆਪਣੇ ਆਪ ਨੂੰ ਸੁਧਾਰ ਨਹੀਂ ਸਕਦੇ। ਮੰਨਾਂਗੇ ਤਾਂ ਸੁਧਾਰ ਵੱਲ ਜਾਵਾਂਗੇ। ਫਲਾਣੇ ਇੱਕ ਬੜੀ ਹੋਰ ਵੀ ਇੱਕ ਗੱਲ ਜਿਹੜੀ ਆ ਜਾਂਦੀ ਹੈ ਕਿ ਜਿਹੜੇ ਫਲਾਣੇ ਬਾਬਾ ਜੀ ਆ ਨਾ, ਉਹ ਬੜੇ ਕਰਨੀ ਵਾਲੇ ਆ, ਆਪਾਂ ਉਹਨਾਂ ਵੱਲ ਜਾ ਕੇ ਆਈਏ। ਅਤੇ ਕੋਈ ਮੇਰੇ ਵਰਗੀ ਕਹਦੇ ਵੀ ਨਹੀਂ ਬੀਬੀ ਮੈਂ ਨਹੀਂ ਜਾਣਾ, ਅਤੇ ਲੈ ਮਹਾਂਪੁਰਖਾਂ ਨੂੰ ਇੰਝ ਨਹੀਂ ਕਹੀਦਾ।
ਮਹਾਂਪੁਰਖਾਂ ਨੂੰ ਇੰਜ ਕਹੋ ਤੇ ਅਗਲੇ ਦਿਨ ਜੇ ਬੁਖਾਰ ਚੜ੍ਹ ਜਾਏ ਤੇ ਮਹਾਂਪੁਰਖਾਂ ਨੂੰ ਤੂੰ ਕਿਹਾ ਸੀ ਨਾ ਇਸ ਲਈ ਬੁਖਾਰ ਚੜ੍ਹ ਗਿਆ, ਭੈ ਪਾ ਦਿੱਤਾ ਨਾ। ਪਰ ਇਹ ਅਸੀਂ ਦੇਖਣਾ ਆ ਕਿ ਅਸੀਂ ਕਿੰਨਾ ਕੁ ਭੈ ਦੇ ਵਿੱਚ ਜਾਣਾ ਆ, ਕਿੰਨੇ ਕੁ ਅਸੀਂ ਨਿਰਭਉ ਹੋਣਾ ਆ, ਕਿਉਂਕਿ ਨਿਰਭਉ ਹੋਵਾਂਗੇ ਤੇ ਨਿਰਵੈਰ ਹੋਵਾਂਗੇ। ਨਹੀਂ ਤੇ ਭੈ ਦੇ ਵਿੱਚੋਂ, ਮੈਂ ਜਿਵੇਂ ਪਹਿਲਾਂ ਕਿਹਾ, ਭੈ ਦੇ ਵਿੱਚੋਂ ਲਾਲਚ, ਲਾਲਚ ਦੇ ਵਿੱਚੋਂ ਭੈ ਨਿਕਲੂਗਾ, ਫਿਰ ਉਸ ਤੋਂ ਅੱਗੇ ਜਦੋਂ ਭੈ ਨਿਕਲ ਆਇਆ ਫਿਰ ਉਹ ਵੈਰ ਵੀ ਬਣ ਜਾਊਗਾ, ਔਰ ਫਿਰ ਤਾਂ ਆਪਾਂ ਚੱਲਦੇ ਜਾਵਾਂਗੇ ਅੱਗੇ 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 ਅੱਗੇ। ਔਰ ਜਿੰਨੀ ਵੀ ਜੋ ਵੀ ਦੁਨੀਆ ਦਾ ਖਿਲਾਰਾ ਹੈ ਉਹ ਸਾਰਾ ਇਸੇ ਦੇ ਉੱਤੇ ਹੈ। ਤੁਸੀਂ ਵਰਲਡ ਵਾਰ ਦੀ ਗੱਲ ਕਰ ਲਓ, ਉਹ ਇਸੇ ਕਰਕੇ ਆ ਕਿਉਂਕਿ ਲੋਕਾਂ ਦੇ ਵਿੱਚ ਲਾਲਚ ਵੀ ਸੀ ਔਰ ਭੈ ਵੀ ਸੀ। ਜਿੰਨਾ ਵੀ ਜਿਹੜਾ ਕਲੋਨੀਅਲ ਸੈਟਅਪ ਹੋਇਆ, ਜਿੰਨਾ ਵੀ ਜਿਹੜੇ ਨਵੇਂ ਯੰਗ ਬੱਚੇ ਸੁਣਦੇ ਆ, ਜਿੰਨਾ ਵੀ ਕਲੋਨੀਅਲ ਸੈਟਅਪ, ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤਾਂ ਇਹ ਸਾਰਾ ਲਾਲਚ ਦੇ ਵਿੱਚੋਂ ਨਿਕਲਿਆ, ਕੈਪੀਟਲਿਸਟਿਕ ਦੇ ਵਿੱਚੋਂ ਨਿਕਲਿਆ, ਕੈਪੀਟਲਿਜ਼ਮ ਦੇ ਵਿੱਚੋਂ ਨਿਕਲਿਆ। ਅੱਗੇ ਚੱਲੀਏ, ਹੁਣ ਜਿਹੜੇ ਆਪਾਂ ਡੇਰਿਆਂ ਦੀ ਗੱਲ ਕਰਦੇ ਹਾਂ ਤਾਂ ਉਹ ਡੇਰੇ ਵੀ ਤਾਂ ਇਸੇ ਭੈ ਦੇ ਵਿੱਚੋਂ ਹੀ ਨਿਕਲੇ ਆ ਔਰ ਇਸੇ ਲਾਲਚ ਦੇ ਵਿੱਚੋਂ ਨਿਕਲੇ ਆ ਕਿ ਤੁਸੀਂ ਫਲਾਣੇ ਡੇਰੇ 'ਤੇ ਚੱਲੋ, ਉੱਥੇ ਨਾ ਬੜਾ ਵਧੀਆ, ਉੱਥੇ ਜਾ ਕੇ ਮੱਥਾ ਟੇਕੋ, ਕੋਈ ਨਹੀਂ ਕਹਿੰਦਾ ਕੁਛ, ਤੁਹਾਨੂੰ ਕੋਈ ਸਿਰ ਢੱਕਣ ਨੂੰ ਨਹੀਂ ਕਹਿੰਦਾ, ਕੁਛ ਨਹੀਂ ਉਹਨਾਂ ਨੇ ਕਹਿਣਾ, ਬਸ ਜਾ ਕੇ ਮੱਥਾ ਟੇਕ ਕੇ ਆ ਜਾਣਾ। ਉਹ ਕੀ ਆ? ਉਹ ਸਾਨੂੰ ਲਾਲਚ ਆ। ਜਦੋਂ ਆਪਾਂ ਇੱਕ ਵਾਰੀ ਜਾਣ ਲੱਗ ਜਾਂਦੇ ਹਾਂ ਫਿਰ ਵਾਪਸ ਆਉਣਾ ਸ਼ੁਰੂ ਕਰਦੇ ਹਾਂ, ਫਿਰ ਕਹਿੰਦੇ ਜੀ ਇਹ ਭੈ ਹੁਣ ਜੇ ਤੂੰ ਛੱਡਿਆ ਤੇ ਫਿਰ ਤੇਰੇ ਨਾਲ ਮਾੜਾ ਹੋਣਾ ਆ, ਉਹ ਭੈ ਆ ਗਿਆ। ਔਰ ਜਿਹੜਾ ਜਦੋਂ ਕੋਈ ਮੈਨੂੰ ਕਹੂਗਾ ਕਿ ਤੂੰ ਵੀ ਉਸ ਡੇਰੇ 'ਤੇ ਚੱਲ, ਮੈਂ ਕਹੂੰਗੀ ਮੈਂ ਨਹੀਂ ਜਾਣਾ, ਤੇ ਵੈਰ ਬਣ ਗਿਆ। ਅਸੀਂ ਇੱਕ ਤੋਂ ਬਾਅਦ ਇੱਕ ਗੁੱਥੀ ਦੇ ਵਿੱਚ ਉਲਝਦੇ ਜਾਂਦੇ ਹਾਂ। ਹੁਣ ਜੇ ਆਪਾਂ ਦੇਖੀਏ ਦੁਬਾਰਾ ਮੈਂ ਇੱਕੋ ਰਿਵੀਜ਼ਨ ਦਊਂਗੀ। ਜਦੋਂ ਆਪਾਂ ਦੇਖੀਏ ਅਗਰ ਆਪਣੇ ਆਪ ਨੂੰ, ਅਸੀਂ ਜਨਮ ਤੋਂ ਲੈ ਕੇ ਮੌਤ ਤੱਕ ਇਸੇ ਭੈ ਦੇ ਵਿੱਚ ਹੀ ਉਲਝੇ ਹਾਂ। ਡੇਰਿਆਂ 'ਤੇ ਕਿਉਂ ਜਾਣਾ ਸ਼ੁਰੂ ਕਰਦੇ ਹਾਂ? ਕਦੋਂ ਸ਼ੁਰੂ ਕਰਦੇ ਹਾਂ? ਕਦੋਂ ਪੰਡਤ ਨੂੰ ਹੱਥ ਵਿਖਾਉਣਾ ਸ਼ੁਰੂ ਕਰਦੇ ਹਾਂ? ਜਦੋਂ ਅਸੀਂ ਇਹ ਕਹਿੰਦੇ ਹਾਂ ਸਾਨੂੰ ਡਰ ਆ ਕਿਤੇ ਕੁੜੀ ਨਾ ਹੋ ਜੇ, ਮੁੰਡਾ ਹੀ ਹੋਣਾ ਚਾਹੀਦਾ। ਮੁੰਡੇ ਦਾ ਲਾਲਚ, ਕੁੜੀ ਹੋਣ ਦਾ ਡਰ ਸਾਨੂੰ ਉੱਧਰ ਨੂੰ ਤੋਰ ਦਿੰਦਾ ਆ। ਫਿਰ ਇੱਕ ਵਰਡ ਹੈ, ਮੈਨੂੰ ਤਾਂ ਪਤਾ ਵੀ ਨਹੀਂ, ਚੱਟ ਕਰਨੀ ਜਿਹਨੂੰ ਕਹਿੰਦੇ ਕਿ ਉਹ ਵਾਲ, ਛੋਟਾ ਬੱਚਾ ਹੈਗਾ ਤਾਂ ਉਹਦੇ ਵਾਲ ਕੱਟ ਦਿਓ ਪਿੱਛੋਂ ਥੋੜ੍ਹੇ ਜਿਹੇ, ਕਿਉਂਕਿ ਉਹ ਜੇਠਾ ਹੈ ਨਾ, ਅਤੇ ਕਿਤੇ ਉਹਦੇ 'ਤੇ ਟੂਣਾ ਨਾ ਹੋ ਜੇ। ਇਹ ਸਾਰੀਆਂ ਗੱਲਾਂ ਡਰ ਦੇ ਵਿੱਚੋਂ ਨਿਕਲਦੀਆਂ, ਸਾਡੇ ਡਰ ਦੇ, ਸਾਡੇ ਮਨ ਦੇ ਡਰਾਂ ਦੇ ਵਿੱਚੋਂ। ਕਿਉਂਕਿ ਅਸੀਂ ਗੁਰਬਾਣੀ ਨੂੰ ਨਾ ਤਾਂ ਪੜ੍ਹਿਆ ਨਾ ਸਮਝਿਆ। ਪੜ੍ਹਦੇ ਤਾਂ ਸਮਝਦੇ ਨਾ, ਅਸੀਂ ਤਾਂ ਗੁਰਬਾਣੀ ਨੂੰ ਪਾਸਿੰਗ ਰੈਫਰੈਂਸਿਸ ਦੇ ਵਿੱਚ ਲਿਆ, ਪਾਸਿੰਗ ਰੈਫਰੈਂਸਿਸ। ਭਾਈ ਸਾਹਿਬ ਜਿਹੜੇ ਆ ਉਹ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ, ਅਸੀਂ ਬੈਠੇ ਹੁੰਦੇ ਹਾਂ, ਫਿਰ ਨਾਲ ਸਾਨੂੰ ਕੋਈ ਮਿਲਣ ਵੀ ਆ ਜਾਂਦਾ, ਅਸੀਂ ਉਹਨੂੰ ਵੀ ਮਿਲਦੇ ਹਾਂ ਬੜੇ ਪਿਆਰ ਨਾਲ। ਸਾਨੂੰ ਇਹ ਤਾਂ ਹੁੰਦਾ ਆ ਕਿ ਜਿਹੜਾ ਸਾਡੇ ਘਰ ਗੈਸਟ ਆਇਆ ਕਿਤੇ ਉਹ ਨਾਰਾਜ਼ ਨਾ ਹੋ ਜੇ। ਸਾਨੂੰ ਇਹ ਨਹੀਂ ਹੁੰਦਾ ਕਿ ਜਿਹੜੇ ਗੁਰੂ ਨੂੰ ਅਸੀਂ ਆਪਣੇ ਘਰ ਹੱਥ ਜੋੜ ਕੇ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਬੇਨਤੀ ਕਰਕੇ ਉਹਨਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਕਿ ਤੁਹਾਡੇ ਘਰ ਆ ਰਿਹਾ, ਕਿਤੇ ਉਹ ਨਾ ਗੁੱਸੇ ਹੋ ਜੇ। ਸਾਨੂੰ ਇਹ ਕਦੀ ਨਹੀਂ ਹੁੰਦਾ। ਹੁਣ ਕਿਸੇ ਨੂੰ ਜਦੋਂ ਘਮੰਡ ਦੀ ਗੱਲ ਆਉਂਦੀ ਹੈ ਨਾ, ਤਾਂ ਕਿਸੇ ਨੂੰ ਤਖਤ ਦਾ ਘਮੰਡ ਹੋ ਜਾਂਦਾ ਹੈ, ਕਿਸੇ ਨੂੰ ਤਾਕਤ ਦਾ ਘਮੰਡ ਹੋ ਜਾਂਦਾ ਹੈ, ਕਿਸੇ ਨੂੰ ਲੱਗਦਾ ਕਿ ਮੇਰੇ ਤੋਂ ਵੱਡਾ ਤਾਂ ਤਾਕਤਵਰ ਕੋਈ ਬੰਦਾ ਹੀ ਨਹੀਂ, ਮੈਂ ਅਕਾਲ ਤਖਤ ਨੂੰ ਵੀ ਆਪਣੇ ਕਬਜ਼ੇ 'ਚ ਰੱਖ ਸਕਦਾ ਹਾਂ। ਉਹਨੂੰ ਇਹ ਨਹੀਂ ਪਤਾ ਕਿ ਅਕਾਲ ਤਖਤ ਅਕਾਲ ਦਾ ਤਖਤ ਹੈ, ਉਹ ਕਬਜ਼ੇ 'ਚ ਨਹੀਂ ਹੋ ਸਕਦਾ। ਟੈਂਪੋਰਲ ਚੀਜ਼ਾਂ ਹੋ ਸਕਦੀਆਂ, ਟਾਈਮ ਦੇ ਵਿੱਚ ਕੁਛ ਨਾ ਕੁਛ ਹੋ ਸਕਦਾ, ਪਰ ਉਹ ਕਦੀ ਵੀ ਕਬਜ਼ੇ 'ਚ ਨਹੀਂ ਹੋ ਸਕਦਾ। ਕਿਸੇ ਨੂੰ ਪੈਸੇ ਦਾ ਇੰਨਾ ਘਮੰਡ ਹੋ ਜਾਂਦਾ ਕਿ ਉਹਨੂੰ ਲੱਗਦਾ ਕਿ ਮੈਂ 12 ਕਰੋੜ ਦਾ ਪੰਡਾਲ ਲਾਊਂਗਾ ਅਤੇ ਗੁਰੂ ਨਾਨਕ ਮੇਰੇ ਪੰਡਾਲ 'ਚ ਹੀ ਆ ਕੇ ਬੈਠੂਗਾ। ਕਿਸੇ ਨੂੰ ਕੋਈ ਘਮੰਡ, ਕਿਸੇ ਨੂੰ ਗਿਆਨ ਦਾ ਘਮੰਡ ਹੋ ਜਾਂਦਾ। ਇੱਥੇ ਮੈਂ ਇੱਕ ਬੜੀ ਇੰਪੋਰਟੈਂਟ ਗੱਲ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੂੰਗੀ। ਪਿੱਛੇ ਜੇ ਮੈਂ ਕਿਸੇ ਦਾ ਕੋਈ ਫੇਸਬੁੱਕ ਦੇ ਉੱਪਰ ਕੋਈ ਪਈ ਹੋਈ ਸੀਗੀ ਵੀਡੀਓ, ਅਤੇ ਬਲਦੇਵ ਸਿੰਘ ਸੜਕਨਾਮਾ ਜਿਹੜੇ ਹੈਗੇ ਨੇ, ਉਹ ਰਾਈਟਰ ਨੇ, ਉਹਨਾਂ ਦਾ ਮੈਂ ਦੇਖਿਆ ਅਤੇ ਉਹ ਕਹਿ ਰਹੇ ਸੀਗੇ ਕਿ ਗੁਰੂ ਨਾਨਕ ਬੜਾ ਉਹਨਾਂ ਨੇ ਮਜ਼ਾਕ ਦੇ ਵਿੱਚ ਲਿਆ, ਬੜਾ ਮਜ਼ਾਕੀਆ ਜਿਹੇ ਤੌਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੀ ਜਿਹੜੀ ਉਹ ਸੱਪ ਦੀ ਛਾਂ ਕਰਨ ਵਾਲੀ ਗੱਲ ਹੈ ਨਾ, ਮੇਰੀ ਪੋਤਰੀ ਮੈਨੂੰ ਬਾਰ-ਬਾਰ ਪੁੱਛਦੀ ਹੈ ਕਿ ਬਾਪੂ ਜਿਹੜਾ ਉਹਦਾ ਗੁਰੂ ਨਾਨਕ ਦਾ ਮੂੰਹ ਤਾਂ ਵੱਡਾ ਹੋਊਗਾ, ਸੱਪ ਨੇ ਪੂਰੇ ਮੂੰਹ ਦੇ ਉੱਤੇ ਛਾਂ ਕਿਵੇਂ ਕਰ ਦਿੱਤੀ? ਕਹਿੰਦੇ ਫਿਰ ਮੈਨੂੰ ਝੂਠ ਬੋਲਣਾ ਪੈਂਦਾ ਆ। ਉਹ ਬੇਸਿਕਲੀ ਇੱਕ ਹਿਊਮਰ ਸੀ, ਇੱਕ ਇਨਸਲਟ ਸੀ ਕਿ ਜਿਹੜੀਆਂ ਤੁਸੀਂ ਗੱਲਾਂ ਪੜ੍ਹੀ ਜਾਂਦੇ ਆ, ਪੜ੍ਹਾਈ ਜਾਂਦੇ ਆ, ਉਹ ਐਵੇਂ ਗਲਤੀ ਆ। ਮੈਂ ਇੱਥੇ ਇਸ ਮਾਧਿਅਮ ਦੇ ਥਰੂ, ਕਿਉਂਕਿ ਮੇਰੇ ਕੋਲ ਇਹੀ ਮਾਧਿਅਮ ਹੈ, ਮੈਂ ਇੱਥੇ ਇਹ ਕਹਿਣਾ ਚਾਹੂੰਗੀ ਕਿ ਜਦੋਂ ਅਸੀਂ ਕਿਸੇ ਵੀ ਟੈਕਸਟ ਨੂੰ ਪੜ੍ਹਦੇ ਹਾਂ ਨਾ, ਉਸ ਟੈਕਸਟ ਦੀ ਬਣਤਰ ਦੇ ਪਿੱਛੇ ਕੰਟੈਕਸਟ ਵੀ ਹੁੰਦਾ ਹੈ ਅਤੇ ਇੰਟਰਟੈਕਸਚੁਅਲਿਟੀ ਵੀ ਹੁੰਦੀ ਆ। ਇੰਝ ਨਹੀਂ ਹੁੰਦਾ ਕਿ ਜੋ ਤੁਸੀਂ ਪੜ੍ਹਿਆ ਉਹ ਠੀਕ ਆ। ਅੱਜ ਤੋਂ ਕੁਝ ਸਾਲਾਂ ਬਾਅਦ, ਜਦੋਂ 1000 ਸਾਲ ਬਾਅਦ ਜਾਂ 500 ਸਾਲ ਬਾਅਦ, ਜਦੋਂ ਕਿਤੇ ਇਹ ਗੱਲ ਹੋਊਗੀ ਕਿ ਇੱਕ ਬੰਦਾ ਸੀ ਹਿਟਲਰ, ਉਹਨੇ ਸਾਰੀ ਜਰਮਨੀ ਨੂੰ ਇੰਨਾ ਕੁ ਸਵੇ ਕਰ ਲਿਆ
ਕਿ ਉਹਨਾਂ ਨੇ ਪਤਾ ਨਹੀਂ ਲੱਖਾਂ ਹੀ ਲੋਕ ਮਰ ਗਏ ਔਰ ਮਾਰੇ ਗਏ, ਤਾਂ ਸ਼ਾਇਦ ਕੋਈ ਸੜਕਨਾਮਾ ਸਾਹਿਬ ਵਰਗਿਆਂ ਦੀ ਜਿਹੜੀ ਪੋਤਰੀ ਆ ਉਹ ਦੁਬਾਰਾ ਪੁੱਛੂਗੀ ਕਿ ਇੱਕ ਬੰਦੇ 'ਚ ਇੰਨਾ ਜ਼ੋਰ ਹੁੰਦਾ ਹੈ। ਉਹਦੇ ਵਾਸਤੇ ਉਹਨਾਂ ਨੂੰ ਪੂਰਾ ਕੰਟੈਕਸਟ ਸਮਝਣਾ ਪਊਗਾ। ਹੁਣ ਜਦੋਂ ਗੁਰੂ ਨਾਨਕ ਦੇ ਮੂੰਹ ਦੇ ਉੱਤੇ ਸੱਪ ਦੀ ਛਾਂ ਕਰਨ ਦੀ ਗੱਲ ਆਉਂਦੀ, ਮੈਨੂੰ ਨਹੀਂ ਪਤਾ ਕਿ ਇਹ ਕਿੱਥੋਂ ਤੱਕ ਸਹੀ ਆ, ਮੈਨੂੰ ਨਹੀਂ ਪਤਾ, ਪਰ ਜਦੋਂ ਮੈਂ ਇਹਨੂੰ ਆਪਣੀ ਸਮਝ ਦੇ ਮੁਤਾਬਕ ਰਿਲੇਟ ਕਰਦੀ ਹਾਂ ਤਾਂ ਮੈਨੂੰ ਇੰਝ ਲੱਗਦਾ ਕਿ ਜਦੋਂ ਛੋਟਾ ਬੱਚਾ ਜਾਂ ਅਸੀਂ ਵੀ ਜਦੋਂ ਸੌਂ ਰਹੇ ਹੋਈਏ ਨਾ, ਅਤੇ ਜੇ ਅੱਖਾਂ ਦੇ ਉੱਤੇ ਰੌਸ਼ਨੀ ਪਵੇ ਤਾਂ ਫਿਰ ਜਾਗ ਖੁੱਲ੍ਹਦੀ ਆ। ਮੂੰਹ ਸਾਰੇ ਉੱਪਰ ਪਈ ਜਾਵੇ ਤਾਂ ਕੋਈ ਪ੍ਰੋਬਲਮ ਨਹੀਂ। ਇਹੀ ਕਾਰਨ ਆ ਕਿ ਜਦੋਂ ਮਾਂ ਵੀ ਬੱਚੇ ਨੂੰ ਲੈ ਕੇ ਜਾਂਦੀ ਤਾਂ ਉਹ ਹਲਕਾ ਜਿਹਾ ਹੱਥ ਜਿਹੜਾ ਉਹਦੀ ਅੱਖਾਂ 'ਤੇ ਰੱਖ ਦਿੰਦੀ ਆ, ਉਹ ਅੱਖਾਂ ਦੇ ਉੱਤੇ ਛਾਂ ਕਰਦੀ ਆ। ਹੁਣ ਅੱਖਾਂ ਜਿਨ੍ਹਾਂ 'ਤੇ ਸੱਪ ਦਾ ਮੂੰਹ ਹੋਊਗਾ ਹੀ, ਜੇ ਆਪਾਂ ਸਿਰਫ ਇਹਨੂੰ ਸਮਝਣਾ ਹੋਏ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਮੈਨੂੰ ਪਤਾ ਹੈ ਉਹ ਆਖਰੀ ਨੌਲੇਜ ਹੈ। ਹੋ ਸਕਦਾ ਜੋ ਮੈਂ ਬੋਲ ਰਹੀ ਹੋਵਾਂ ਬਿਲਕੁਲ ਗਲਤ ਹੋਵੇ, ਤੁਹਾਡੇ 'ਚੋਂ ਕਿਸੇ ਨੂੰ ਬਹੁਤ ਜ਼ਿਆਦਾ ਨੌਲੇਜ ਹੋਵੇ, ਤੁਸੀਂ ਬਿਲਕੁਲ ਸਹੀ ਹੋਵੋ। ਸਾਨੂੰ ਇੱਕ ਗੁੰਜਾਇਸ਼ ਹਮੇਸ਼ਾ ਰੱਖਣੀ ਸੀ, ਉਹ ਸੀ ਗੋਸ਼ਟੀ ਦੀ। ਜੇ ਸੜਕਨਾਮਾ ਸਾਹਿਬ ਨੂੰ ਕੋਈ ਪ੍ਰੋਬਲਮ ਜਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਬੱਚੇ ਨੂੰ ਕਿੱਦਾਂ ਸਮਝਾਉਣ, ਤਾਂ ਉਹ ਕਿਸੇ ਚੰਗੇ, ਕਿਸੇ ਸਮਝਦਾਰ ਜਿਹੜਾ ਇਸ ਗੱਲ ਨੂੰ ਕੰਟੈਂਪਲੇਟ ਕੀਤਾ ਹੋਵੇ, ਜਿਹਨੇ, ਉਹਨੂੰ ਪੁੱਛ ਲੈਂਦੇ, ਹੋ ਸਕਦਾ ਉਹ ਸਮਝਾ ਦਿੰਦਾ। ਪਰ ਨਹੀਂ, ਸਾਨੂੰ ਘਮੰਡ ਹੋ ਜਾਂਦਾ। ਅਸੀਂ ਭੈ ਦੇ ਵੱਸ ਵੀ ਹਾਂ, ਅਸੀਂ ਵੈਰ ਦੇ ਵੱਸ ਵੀ ਹਾਂ, ਇਸੇ ਲਈ ਅਸੀਂ ਘਮੰਡ ਦੇ ਵੱਸ ਵੀ ਹਾਂ। ਸਾਨੂੰ ਇਹ ਹੋ ਜਾਂਦਾ ਕਿ ਜੋ ਮੈਂ ਬੋਲਿਆ ਉਹ ਆਖਰੀ ਆ, ਇਸ ਤੋਂ ਵੱਧ ਨਾ ਤਾਂ ਕਿਸੇ ਨੂੰ ਪਤਾ ਦੁਨੀਆ ਦੇ ਵਿੱਚ, ਨਾ ਕਿਸੇ ਨੂੰ ਪਤਾ ਹੋ ਸਕਦਾ, ਨਾ ਮੈਨੂੰ ਕੋਈ ਚੈਲੰਜ ਕਰਨ ਦੀ ਹਿੰਮਤ ਕਰ ਸਕਦਾ। ਹੁਣ ਜਦੋਂ ਗੁਰਬਾਣੀ ਅਤੇ ਗੁਰ ਇਤਿਹਾਸ ਨੂੰ ਆਪਾਂ ਇਕਸਾਰਤਾ ਵਿੱਚ ਪੜ੍ਹਦੇ ਹਾਂ ਜਾਂ ਸਮਝਦੇ ਹਾਂ, ਸਾਨੂੰ ਪੜ੍ਹਨਾ ਸੀ ਇਸ ਤਰ੍ਹਾਂ, ਸਾਨੂੰ ਇੰਝ ਹੀ ਸਮਝਣਾ ਸੀ। ਅਸੀਂ ਗੁਰਬਾਣੀ ਨੂੰ ਵੱਖਰਾ ਔਰ ਗੁਰ ਇਤਿਹਾਸ ਨੂੰ ਵੱਖਰਾ ਕਰਕੇ ਨਹੀਂ ਸਮਝ ਸਕਦੇ। ਮੈਂ ਬੜੇ ਜਗ੍ਹਾ ਦੇ ਉੱਤੇ ਇਹ ਗੱਲ ਬੋਲਦੀ ਹਾਂ ਕਿ ਜਦੋਂ ਤੁਹਾਨੂੰ ਲੱਗਦਾ ਨਾ ਕਿ ਆਹ ਚੀਜ਼ ਸਹੀ ਨਹੀਂ ਆ, ਤਾਂ ਤੁਸੀਂ ਗੁਰਬਾਣੀ ਦਾ ਹਵਾਲਾ ਲੈ ਲਓ। ਜੇ ਗੁਰਬਾਣੀ ਕਹਿੰਦੀ ਆ ਤਾਂ ਉਹ ਸਹੀ ਹੈ, ਤਾਂ ਫਿਰ ਉਹ ਸਹੀ ਆ। ਸਾਡਾ ਪੈਰਾਮੀਟਰ, ਸਾਡਾ ਫੁਰਕਾਨ ਜੋ ਸੀ ਉਹ ਗੁਰਬਾਣੀ ਸੀ। ਪਰ ਅਸੀਂ ਕੀ ਕੀਤਾ ਕਿ ਸਾਨੂੰ ਲੱਗਾ ਕਿ ਜੇ ਅਸੀਂ ਕਰਪਟ ਹੋ ਗਏ ਨਾ, ਅਸੀਂ ਉਹ ਗੁਰਬਾਣੀ ਨੂੰ ਨਾ ਪੜ੍ਹਿਆ, ਨਾ ਵਿਚਾਰਿਆ, ਨਾ ਸਮਝਿਆ, ਸਾਨੂੰ ਲੱਗਾ ਜੇ ਅਸੀਂ ਕਰਪਟ ਹੋ ਗਏ ਨਾ ਤਾਂ ਆਪਾਂ ਗੁਰੂ ਨੂੰ ਵੀ ਇੰਝ ਹੀ ਲੈ ਲਈਏ, 100 ਰੁਪਈਆ ਵੱਧ ਦੇ ਦਿਓ ਅਤੇ ਹਾਂਜੀ ਤੁਸੀਂ ਮਹਾਰਾਜ ਸਾਡੇ ਘਰੇ ਆਓ ਜੀ, ਅਤੇ ਆ ਕੇ ਤੁਸੀਂ ਉੱਥੇ ਅਖੰਡ ਪਾਠ ਵੀ 5 ਅਖੰਡ ਪਾਠ ਕਰਾਉਣੇ ਆ, 7 ਅਖੰਡ ਪਾਠ ਕਰਾਉਣੇ। ਉਹਨਾਂ ਅਖੰਡ ਪਾਠ ਦਾ ਤੁਹਾਡੇ 'ਤੇ ਕੀ ਫਾਇਦਾ ਜਦ ਤੱਕ ਤੁਸੀਂ ਬੈਠ ਕੇ ਸੁਣਦੇ ਨਹੀਂ। ਮੈਂ ਨਹੀਂ ਕਹਿੰਦੀ ਕਿ ਤੁਸੀਂ ਆਪ ਪੜ੍ਹੋ, ਕਿਉਂਕਿ ਗੁਰਬਾਣੀ ਸ਼ੁੱਧ ਉਚਾਰਨੀ ਬਹੁਤ ਔਖਾ ਆ। ਹਾਂ, ਆਪਣੇ ਇਕੱਲੇ ਦੇ ਵਿੱਚ ਪੜ੍ਹਨੀ ਵੀ ਚਾਹੀਦੀ ਆ, ਪਰ ਘੱਟੋ ਘੱਟ ਲਾਗੇ ਬੈਠ ਕੇ ਸੁਣੋ ਤਾਂ ਸਹੀ। ਆਪਣੇ ਬੱਚਿਆਂ ਨੂੰ ਇੰਨੀ ਕੁ ਸੇਧ ਤਾਂ ਦਿਓ ਕਿ ਉਹ ਬੈਠਣ। ਉਹ ਤਾਂ ਬੈਠਦੇ ਹੀ ਨਹੀਂ, ਉਹ ਤਾਂ ਭੱਜੇ ਫਿਰਦੇ ਰਹਿੰਦੇ ਆ, ਕਿਉਂਕਿ ਅਸੀਂ ਸਿਖਾਉਂਦੇ ਹੀ ਨਹੀਂ। ਹੁਣ ਅੱਗੇ ਚੱਲਦੇ ਹਾਂ। ਟਾਈਮ ਹੋ ਗਿਆ ਬਸ। ਹੁਣ ਗੁਰੂ ਨਾਨਕ ਦੀ ਜਦੋਂ ਆਪਾਂ ਫਿਰ ਮੈਂ ਮੁੜ ਕੇ ਉੱਥੇ ਆਊਂਗੀ ਕਿ ਗੁਰੂ ਨਾਨਕ ਨੇ ਇੱਕ ਫਲਸਫਾ ਦਿੱਤਾ ਕਿ ਭੈ ਦੇ ਵਿੱਚ ਕੌਣ ਕੌਣ ਆ। ਉਹ ਕਹਿੰਦੇ ਪੂਰੀ ਦੁਨੀਆ ਹੀ ਭੈ ਦੇ ਵਿੱਚ ਆ, ਪਰ ਕਿਹਦੇ ਭੈ ਦੇ ਵਿੱਚ ਆ? ਉਹ ਉਸ ਅਕਾਲ ਪੁਰਖ ਦੇ। ਉਹ ਕਹਿੰਦੇ ਭੈ ਵਿੱਚ ਇੰਦ ਫਿਰੇ ਸਰਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਉਹ ਸਾਰਾ ਕੁਝ ਹੀ ਉਹ ਕਹਿੰਦੇ ਕਿ ਭੈ ਦੇ ਵਿੱਚ ਹੈਗਾ, ਪਰ ਉਸ ਇੱਕ ਅਕਾਲ ਪੁਰਖ ਦੇ ਭੈ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ, ਮੈਨੂੰ, ਉਹਨਾਂ ਨੇ ਉਸ ਅਕਾਲ ਪੁਰਖ ਦੇ ਭੈ ਦੇ ਵਿੱਚ ਰੱਖਿਆ ਸੀ, ਪਰ ਆਪਾਂ ਫਿਰ ਮੁੜ ਕੇ ਉਸੇ ਹੀ ਇਨਸਾਨ ਦੇ ਭੈ ਦੇ ਵਿੱਚ, ਰਾਜ ਦੇ ਭੈ ਦੇ ਵਿੱਚ ਫਿਰ ਉੱਥੇ ਆ ਕੇ ਫਸ ਗਏ ਹਾਂ। ਗੁਰੂ ਨਾਨਕ ਨੇ ਸਿੱਖਾਂ ਲਈ ਇੱਕ ਵਿਲੱਖਣ ਰਾਹ ਚੁਣਿਆ ਸੀ। ਮੈਨੂੰ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੁਣੀ ਬਾਰ-ਬਾਰ ਇੱਕ ਗੱਲ ਕਹਿੰਦੇ ਹੁੰਦੇ ਕਿ ਨਾ ਤਾਂ ਸਿੱਖ ਨਾਸਤਕ ਹੋ ਸਕਦਾ ਆ, ਨਾ ਅੰਧ ਵਿਸ਼ਵਾਸੀ ਹੋ ਸਕਦਾ ਆ। ਕਿਉਂਕਿ ਜੇ ਨਾਸਤਕ ਹੋਊਗਾ ਤਾਂ ਸਿੱਖ ਜਿਹੜਾ ਆ ਉਹ ਗੁਰੂ ਦੀ, ਉਹ ਪਰਮਾਤਮਾ ਦੀ ਹੋਂਦ ਨੂੰ ਨਕਾਰੂਗਾ, ਅਤੇ ਜੇ ਅੰਧ ਵਿਸ਼ਵਾਸੀ ਹੋਊਗਾ ਤਾਂ ਫਿਰ ਉਹ ਉਹਨਾਂ ਹੀ ਕਰਮ ਕਾਂਡਾਂ ਵਿੱਚ ਦੁਬਾਰਾ ਫਸ ਜਾਊਗਾ ਜਿਨ੍ਹਾਂ ਕਰਮ ਕਾਂਡਾਂ 'ਚੋਂ ਗੁਰੂ ਮਹਾਰਾਜ ਨੇ ਸਾਨੂੰ ਕੱਢਿਆ ਸੀ। ਹੁਣ ਜਦੋਂ ਇਹਦੇ ਵਾਸਤੇ ਇੱਕ ਛੋਟੀ ਜਿਹੀ ਗੱਲ, ਜਦੋਂ ਆਪਾਂ ਗੁਰੂ ਨਾਨਕ ਨੂੰ ਹਰਿਦੁਆਰ ਨੂੰ ਜਰਾ ਇਮੈਜਿਨ ਕਰਕੇ ਦੇਖੀਏ, ਜਦੋਂ ਹਰਿਦੁਆਰ ਦੇ ਵਿੱਚ ਸ਼ਰਧਾਲੂਆਂ ਨੂੰ ਪਾਣੀ ਪਾਉਂਦਾ ਦੇਖਦੇ ਆ, ਉਹ ਉਹਨਾਂ ਨੂੰ ਪੁੱਛਦੇ ਆ, ਉਹ ਪੁੱਠੇ ਪਾਸੇ ਜਦੋਂ ਪਾਣੀ ਪਾਉਣਾ ਸ਼ੁਰੂ ਕਰਦੇ ਆ ਤਾਂ ਉਹ ਉਹਨਾਂ ਕੋਲ ਆਉਂਦੇ ਕਿ ਤੂੰ ਉੱਧਰ ਕਿਉਂ ਪਾਉਣਾ। ਉਹ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਉੱਧਰ ਕਿਉਂ ਪਾ ਰਹੇ ਹੋ। ਫਿਰ ਉੱਥੇ ਗੱਲ ਉਹੀ ਆਉਂਦੀ ਆ ਕਿ ਉਹ ਤਰਕ ਦੇ ਹੀ ਨਹੀਂ ਸਕੇ, ਉਹਨਾਂ ਨੂੰ ਪਤਾ ਹੀ ਨਹੀਂ ਸੀ। ਉਹ ਕਿਉਂ ਤਰਕ ਨਹੀਂ ਦੇ ਸਕੇ? ਕਿਉਂਕਿ ਉਹ ਬੜਾ ਸਦੀਆਂ ਤੋਂ ਜੋ ਚੱਲਦਾ ਆ ਰਿਹਾ ਸੀ, ਉਹ ਉਸੇ ਚੀਜ਼ ਨੂੰ ਰਿਪੀਟ ਕਰ ਰਹੇ ਸੀ। ਇਸ ਕਰਕੇ ਉਹਨਾਂ ਦਾ ਅੰਧ ਵਿਸ਼ਵਾਸ ਬਣ ਗਿਆ ਸੀ। ਜਦੋਂ ਤੁਸੀਂ ਕੋਈ ਵੀ ਕੰਮ ਬਿਨਾਂ ਸੋਚੇ ਸਮਝੇ ਬਾਰ-ਬਾਰ ਕਰਦੇ ਰਹੋਗੇ, ਉਹ ਤੁਹਾਡਾ ਅੰਧ ਵਿਸ਼ਵਾਸ ਬਣ ਜਾਊਗਾ। ਅੰਧ ਵਿਸ਼ਵਾਸ ਤੁਹਾਡਾ ਕਰਮ ਕਾਂਡ ਬਣ ਜਾਊਗਾ, ਔਰ ਉਸ ਕਰਮ ਕਾਂਡ ਨੂੰ ਗੁਰੂ ਨਾਨਕ ਹਮੇਸ਼ਾ ਮਨਾ ਕਰਦੇ ਆ। ਗੁਰੂ ਨਾਨਕ ਉਸ ਕਰਮ ਕਾਂਡ ਨੂੰ, ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਨਤਮਸਤਕ ਹੁੰਦੇ ਆ, ਜਦੋਂ ਮੱਥਾ ਟੇਕਦੇ ਆ,
ਤੇ ਆਪਣੇ ਦਿਲੋਂ ਇਹ ਇੱਕ ਵਾਰੀ ਕਦੀ ਸੋਚ ਕੇ ਦੇਖਿਓ ਕਿ ਕਿਆ ਆਪਾਂ ਇਹ ਸੋਚਦੇ ਹਾਂ ਕਿ ਇਹ ਮੇਰਾ ਗੁਰੂ ਆ। ਅਸੀਂ ਇਹਨੂੰ ਗੁਰੂ ਮੰਨਦੇ ਹਾਂ ਪਰ ਗੁਰੂ ਦੀ ਮੰਨਦੇ ਨਹੀਂ। ਅਸੀਂ ਹਮੇਸ਼ਾ ਇਹ ਕਹਿ ਦਿੰਦੇ ਕਿ ਇਹ ਮੇਰਾ ਗੁਰੂ ਹੈ, ਪਰ ਇਹਨਾਂ ਨੇ ਕੀ ਕਿਹਾ, ਜੇ ਮੇਰਾ ਗੁਰੂ ਹੈ ਤਾਂ ਮੈਨੂੰ ਇਹਦੀ ਹਰ ਇੱਕ ਗੱਲ ਮੰਨਣੀ ਸੀ, ਪਰ ਆਪਾਂ ਮੰਨਦੇ ਨਹੀਂ। ਖੈਰ ਹੁਣ ਉਹ ਜਿਹੜੇ ਜਦੋਂ ਆਪਾਂ ਇਹਨਾਂ ਨੂੰ ਇਹਦੀ ਸਾਰੀ ਗੱਲ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਵੀ ਹੁਣ ਦਰਬਾਰ ਸਾਹਿਬ ਜਾਂਦੇ ਆ, ਦਰਬਾਰ ਸਾਹਿਬ ਜਾ ਕੇ ਅਤੇ ਉੱਥੇ ਕਿਸੇ ਨੂੰ 100 ਦਾ ਜਿਹੜਾ 100 ਦੀ ਅਰਦਾਸ ਕਰਾਉਂਦਾ ਤਾਂ ਉਹਨੂੰ ਸਰੋਪਾ ਦਿੰਦੇ ਆ। ਤੁਸੀਂ ਪਿੱਛੇ ਜਾ ਕੇ ਆਪਣੇ 100 ਦਾ ਨੋਟ ਕੱਢ ਕੇ ਨਾ ਦੇ ਦਿਓ ਕਿ ਮੈਨੂੰ ਵੀ ਸਰੋਪਾ ਦਿਓ। ਉਹਨਾਂ ਨੂੰ ਪੁੱਛੋ ਤਾਂ ਸਹੀ ਕਿ ਬਿਨਾਂ 100 ਦੇ ਨੋਟ ਤੋਂ ਸਰੋਪਾ ਕਿਉਂ ਨਹੀਂ ਮਿਲ ਸਕਦਾ, ਇਹ ਪੁੱਛੋ ਤਾਂ ਸਹੀ। ਕਿਉਂਕਿ ਹੋਇਆ ਕਿ ਜਦੋਂ ਇਹਨੂੰ ਇੰਨੀ ਵਾਰੀ ਰਿਪੀਟ ਹੋ ਜਾਊਗਾ ਨਾ, ਇੱਕ ਟਾਈਮ ਐਸਾ ਆਊਗਾ ਕਿ ਇਹ ਇੱਕ ਪ੍ਰੈਕਟਿਸ ਬਣ ਜੂਗੀ ਔਰ ਫਿਰ ਹੋ ਜਾਊਗਾ ਨਹੀਂ ਜੀ 100 ਦੇ ਨੋਟ ਦੇ ਨਾਲ ਹੀ ਸਰੋਪਾ ਦਿੱਤਾ ਜਾਂਦਾ, ਇਹ ਅੰਧ ਵਿਸ਼ਵਾਸ ਬਣ ਜੂਗਾ। ਔਰ ਇਸ ਅੰਧ ਵਿਸ਼ਵਾਸ ਦੇ ਵਿੱਚੋਂ ਫਿਰ ਤੁਹਾਡਾ ਕਰਮਕਾਂਡ ਨਿਕਲੂਗਾ ਔਰ ਉਸ ਕਰਮਕਾਂਡ ਨੂੰ ਗੁਰੂ ਨਾਨਕ ਫਿਰ ਮਨਾ ਕਰਨਗੇ। ਗੁਰੂ ਨਾਨਕ ਹਰ ਉਸ ਕਰਮਕਾਂਡ ਨੂੰ ਮਨਾ ਕਰਨਗੇ ਜੋ ਬਿਨਾਂ ਸੋਚੇ ਸਮਝੇ ਕੀਤਾ ਜਾਂਦਾ। ਜਦੋਂ ਤੁਸੀਂ ਸੋਚ ਕੇ ਤਰਕ ਦੇ ਆਧਾਰ ਦੇ ਉੱਤੇ ਕੰਮ ਕਰੋਗੇ ਉਹ ਤੁਹਾਡਾ ਐਕਟ ਬਣੂਗਾ। ਗੁਰੂ ਨਾਨਕ ਐਕਟ ਦੇ ਵੱਲ ਤਾਂ ਹੈ ਪਰ ਕਰਮਕਾਂਡ ਦੇ ਵੱਲ ਨਹੀਂ, ਉਹ ਚਾਹੇ ਕਰਮਕਾਂਡ ਉਹਨਾਂ ਦੇ ਆਪਣੇ ਸਿੱਖਾਂ ਦੇ ਵਿੱਚ ਹੀ ਕਿਉਂ ਨਾ ਆ ਜੇ। ਲਾਸਟ ਦੇ ਉੱਤੇ ਜਿਹੜੀਆਂ ਮੈਂ ਗੱਲ ਕਰੂੰਗੀ ਉਹ ਇਸ ਤੋਂ ਬਾਅਦ ਮੈਂ ਆਪਣੀ ਬਾਣੀ ਨੂੰ ਵਿਰਾਮ ਦਊਂਗੀ ਜੀ। ਸਾਡੇ ਕੋਲ ਸਿੱਖਾਂ ਦੇ ਕੋਲ ਬੜਾ ਪਿਆਰਾ ਇੱਕ ਮਾਡਲ ਹੈ, ਉਹ ਮਾਡਲ ਹੈ ਸਾਡੇ ਕੋਲ ਹਰਿਮੰਦਰ ਸਾਹਿਬ ਦਾ। ਹਰਿਮੰਦਰ ਸਾਹਿਬ ਦੇ ਵਿੱਚ ਇੱਕ ਪਾਸੇ ਹਰਿਮੰਦਰ ਹੈ, ਦੂਜੇ ਪਾਸੇ ਅਕਾਲ ਤਖਤ ਹੈ। ਹੁਣ ਇਹਦੇ ਵਿੱਚੋਂ ਇਹ ਨਿਰਭਉਤਾ ਅਤੇ ਨਿਰਵੈਰਤਾ ਗੱਲ ਜਿਹੜੀ ਹੈ ਉਹ ਮੈਨੂੰ ਲੱਗਦਾ ਹੁੰਦਾ ਕਿ ਸਮ ਅਪ ਹੋ ਜਾਂਦੀ ਆ। ਮੰਦਰ ਅਸੀਂ ਹਰੀ ਦਾ ਮੰਨਣਾ ਆ। ਹੁਣ ਮੰਦਰ ਨੂੰ ਆਪਾਂ ਕਿਸੇ ਇੱਕ ਪਰਟੀਕੂਲਰ ਟਰਮੀਨੋਲੋਜੀ ਨਾਲ ਨਾ ਜੋੜੀਏ ਕਿ ਕਿਹਦੀ ਟਰਮੀਨੋਲੋਜੀ ਹੈ, ਹਿੰਦੂਆਂ ਦੀ ਹੈ ਜਾਂ ਕਿਹਦੀ ਹੈ, ਨਹੀਂ। ਇੱਕ ਪਲੇਸ ਆਫ ਡਿਵੋਸ਼ਨ, ਜੇ ਅਸੀਂ ਪਲੇਸ ਆਫ ਡਿਵੋਸ਼ਨ ਦੀ ਵੀ ਗੱਲ ਕਰਦੇ ਹਾਂ ਤਾਂ ਉਹ ਉਸ ਹਰੀ ਦਾ ਆ, ਉਸ ਅਕਾਲ ਪੁਰਖ ਦਾ ਆ। ਯਾਨੀ ਕਿ ਸਾਡਾ ਜਿਹੜਾ ਸੁਪਰੀਮ ਆ ਉਹ ਅਕਾਲ ਪੁਰਖ ਹੋ ਸਕਦਾ ਆ, ਅਤੇ ਤਖਤ ਉਹ ਵੀ ਸਾਡਾ ਅਕਾਲ ਪੁਰਖ ਦਾ ਹੀ ਹੋ ਸਕਦਾ ਆ। ਤਖਤ ਮਤਲਬ ਜਿਹਦੇ ਉੱਤੇ ਰਾਜ ਕੀਤਾ ਜਾਂਦਾ ਹੈ। ਸਾਡਾ ਰੂਲਰ ਵੀ ਪਰਮਾਤਮਾ ਅਕਾਲ ਪੁਰਖ ਹੈ, ਸਾਡਾ ਸੁਪਰੀਮ ਵੀ ਉਹੀ ਹੈ। ਅਸੀਂ ਜਿਹਨੂੰ ਰੱਬ ਮੰਨਣਾ ਉਹ ਵੀ ਰੱਬ ਵੀ ਸਾਡਾ ਉਹੀ ਹੈ ਅਤੇ ਸਾਡਾ ਰੂਲਰ ਵੀ ਉਹੀ ਹੈ। ਅਸੀਂ ਉਹਦੇ ਹੀ ਭੈ ਦੇ ਵਿੱਚ ਰਹਿਣਾ, ਅਸੀਂ ਉਹਦੇ ਅੰਡਰ ਹੀ ਚੱਲਣਾ ਹੈ। ਜਿਹੜੀ ਉਹ ਸਾਨੂੰ ਸਿਰਫ ਇੱਕ ਉਹਦਾ ਭੈ ਹੋਣਾ ਚਾਹੀਦਾ, ਹੋਰ ਕਿਸੇ ਦਾ ਨਹੀਂ। ਜਿਸ ਦਿਨ ਅਸੀਂ ਇਹ ਫਲਸਫਾ ਅਪਣਾ ਲਵਾਂਗੇ ਉਸ ਦਿਨ ਅਸੀਂ ਦੁਬਾਰਾ ਨਿਰਭਉ ਨਿਰਵੈਰ ਦੇ ਨਾਲ ਜੁੜ ਕੇ ਅਸੀਂ ਗੁਰੂ ਦੀਆਂ ਸਿੱਖਿਆਵਾਂ ਵੱਲ ਮੁੜਨਾ ਸ਼ੁਰੂ ਹੋ ਜਾਵਾਂਗੇ। ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਜਾਂ ਕਿਸੇ ਦੇ ਮਨ ਨੂੰ ਕੋਈ ਠੇਸ ਲੱਗੀ ਹੋਵੇ ਤਾਂ ਹੱਥ ਜੋੜ ਕੇ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।